ਜੈ ਮੁਸਲਿਮ ਭੈਣੋ ਤੇ ਭਰਾਵੋ, ਗॉड ਬlesਸ ਯੂ ਸਾਰਿਆਂ ਨੂੰ। ਪਰਮੇਸ਼ਰ ਤੁਹਾਨੂੰ ਢੇਰ ਸਾਰੀਆਂ ਬਰਕਤ ਦੇਵੇ, ਆਮੇਨ। ਆਓ ਉਸ ਦਾ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਤੇ ਰੋਮਨਸ ਚੈਪਟਰ 14 ਵਰਸ 12 ਖੋਲਾਂਗੇ ਆਪਾਂ। ਇਨਸਾਨੀਅਤ ਦੀ ਇੱਕ ਖਾਸ ਕਮਜ਼ੋਰੀ ਹੈ ਕਿ ਜਦੋਂ ਕੁਝ ਗਲਤ ਹੋ ਜਾਵੇ ਤੇ ਉਹ ਇਨਸਾਨ ਜਿਹੜਾ ਹੈਗਾ ਬੜੀ ਛੇਤੀ ਆਪਣਾ ਜੋ ਕਸੂਰ ਹੈ ਉਹ ਦੂਜੇ ਤੇ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਤਰ੍ਹਾਂ ਆਦਮ ਨੇ ਪਾਪ ਕਰ ਲਿਆ ਸੀਗਾ ਤੇ ਜਦੋਂ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਵੀ ਤੂੰ ਆਹ ਕੀ ਕਰ ਲਿਆ ਭਾਈ, ਹੈ ਤੇ ਕਹਿੰਦਾ ਉਹ ਔਰਤ ਜਿਹੜੀ ਤੂੰ ਮੈਨੂੰ ਦਿੱਤੀ ਸੀ, ਉਹ ਇਸਤਰੀ ਜਿਹੜੀ ਤੂੰ ਮੈਨੂੰ ਦਿੱਤੀ ਸੀ, ਉਹਨੇ ਮੇਰੇ ਤੋਂ ਪਾਪ ਕਰਾਇਆ। ਬਈ ਤੇਰਾ ਮੂੰਹ ਖੋਲ ਕੇ ਉਹਨੇ ਜਿਹੜਾ ਸਿਓ ਸੀਗਾ ਤੇਰੇ ਮੂੰਹ ਦੇ ਵਿੱਚ ਪਾ ਦਿੱਤਾ। ਨਹੀਂ, ਇਹ ਹਿਊਮਨ ਨੇਚਰ ਜੋ ਹੈ, ਇਨਸਾਨੀਅਤ ਜੋ ਹੈ, ਜੋ ਫਾਲਨ ਨੇਚਰ ਹੈ, ਉਹਦੀ ਬਹੁਤ ਵੱਡੀ ਇਹ ਕਮਜ਼ੋਰੀ ਆ। ਲੇਕਿਨ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ, ਆਪਾਂ ਨੂੰ ਸਿਖਾਉਂਦਾ ਆ ਕਿ ਜਦੋਂ ਆਪਾਂ ਕਿਸੇ ਨਵੇਂ ਥਾਂ 'ਚ ਜਾਂਦੇ ਆ, ਆਪਣੇ ਨਾਲ ਇੱਕ ਰਿਸਪੌਂਸਿਬਿਲਿਟੀ ਜੁੜ ਜਾਂਦੀ ਆ। ਜਦੋਂ ਆਪਾਂ ਕੋਈ ਨਵੀਂ ਜੌਬ ਲੈਂਦੇ ਆ, ਆਪਣੇ ਨਾਲ ਇੱਕ ਜ਼ਿੰਮੇਵਾਰੀ ਜੁੜ ਜਾਂਦੀ ਆ। ਜਦੋਂ ਗਾਹਾਂ ਬੱਚੇ ਨਵੇਂ ਆ ਜਾਂਦੇ ਨੇ, ਨਵਾਂ ਘਰ ਆ ਜਾਂਦਾ ਆ, ਇੱਕ ਨਵੀਂ ਰਿਸਪੌਂਸਿਬਿਲਿਟੀ ਜੁੜ ਜਾਂਦੀ ਆ। ਤੁਸੀਂ ਨਵੀਂ ਗੱਡੀ ਲੈ ਲੈਂਦੇ ਹੋ, ਨਵੀਂ ਜ਼ਿੰਮੇਵਾਰੀ ਜੁੜ ਜਾਂਦੀ ਆ। ਤੁਸੀਂ ਐਕਲੇਸੀਆ ਦੇ ਵਿੱਚ ਆ ਗਏ ਹੋ, ਇੱਕ ਨਵੀਂ ਜ਼ਿੰਮੇਵਾਰੀ ਜੁੜ ਜਾਂਦੀ ਆ। ਸੋ ਆਓ ਅੱਜ ਆਪਾਂ ਜ਼ਿੰਮੇਵਾਰੀ ਦੇ ਉੱਤੇ ਥੋੜਾ ਜਿਹਾ ਦੇਖਾਂਗੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਕੀ ਆਖਦਾ ਹੈਗਾ। ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ ਕਿ ਜ਼ਿੰਮੇਵਾਰ ਕਿਸ ਤਰ੍ਹਾਂ ਬਣਨਾ ਹੈ। ਆਮੇਨ। ਤੇ ਕਿਹੜੀਆਂ ਰਿਸਪੌਂਸਿਬਿਲਿਟੀਆਂ ਨੇ, ਜ਼ਿੰਮੇਵਾਰੀਆਂ ਨੇ ਜਿਹੜੀਆਂ ਪਰਮੇਸ਼ਰ ਆਪਾਂ ਨੂੰ ਦਿੰਦਾ ਆ। ਮੇਰੀ ਪ੍ਰੇਅਰ ਆ, ਜਿੱਥੇ ਵੀ ਤੁਸੀਂ ਹੋ, ਜਿਸ ਘਰ ਵਿੱਚ ਵੀ ਤੁਸੀਂ ਹੋ, ਜੋ ਵੀ ਜੌਬ ਤੁਸੀਂ ਕਰਦੇ ਹੋ, ਜੋ ਵੀ ਤੁਹਾਡੇ ਨਾਲ ਬੱਚੇ ਨੇ, ਤੁਹਾਡੇ ਨਾਲ ਮਾਂ-ਬਾਪ ਨੇ, ਤੁਹਾਡੇ ਨਾਲ ਭੈਣ ਭਰਾ ਨੇ, ਪਰਮੇਸ਼ਰ ਦੀ ਜ਼ਿੰਮੇਵਾਰੀ ਲੈਣ ਦੇ ਵਾਸਤੇ ਤੇ ਉਹਦੇ ਤੇ ਖੜਨ ਦੇ ਵਾਸਤੇ ਤੇ ਉਹਦੇ ਤੇ ਚੱਲਣ ਦੇ ਵਾਸਤੇ ਆਓ ਪਰਮੇਸ਼ਰ ਤੋਂ ਬਲ ਮੰਗੀਏ। ਆਮੇਨ। ਪੜਾਂਗੇ ਰੋਮਨਸ ਚੈਪਟਰ 14 ਵਰਸ 12 ਦੇਖਾਂਗੇ ਪੰਜਾਬੀ ਦੇ ਵਿੱਚ। ਜੀ ਹਾਂ। ਸੋ ਇਸ ਤਰ੍ਹਾਂ ਸਾਡੇ ਵਿੱਚੋਂ ਹਰ ਕੋਈ ਆਪਣਾ ਆਪਣਾ ਲੇਖਾ ਪਰਮੇਸ਼ਰ ਨੂੰ ਦੇਵੇਗਾ। ਯਾਨੀ ਕਿ ਪਰਮੇਸ਼ਰ ਕੋਲੇ ਜਾ ਕੇ ਤੁਸੀਂ ਆ ਨਹੀਂ ਕਹਿ ਸਕੋਗੇ ਕਿ ਪਰਮੇਸ਼ਰ ਜੀ ਉਹ ਫੁੱਫੜ ਨੇ ਪਿਲਾਤੀ ਮੈਨੂੰ। ਤੁਸੀਂ ਆ ਨਹੀਂ ਕਹਿ ਸਕੋਗੇ ਉਹ ਇਸਤਰੀ ਜਿਹੜੀ ਤੇਰੇ ਮੈਨੂੰ ਦਿੱਤੀ ਸੀ ਉਹਨੇ ਮੇਰੇ ਤੋਂ ਪਾਪ ਕਰਾਤਾ। ਤੁਸੀਂ ਆ ਨਹੀਂ ਕਹਿ ਸਕੋਗੇ ਕਿ ਉਹ ਇੰਨਾ ਕੰਮ ਦਾ ਪ੍ਰੈਸ਼ਰ ਹੋ ਗਿਆ ਸੀਗਾ, ਜੌਬ ਦਾ ਪ੍ਰੈਸ਼ਰ ਹੋ ਗਿਆ ਸੀਗਾ, ਤਾਂ ਇਹ ਗਲਤੀ ਕਰ ਲਈ, ਰਿਸਪੌਂਸਿਬਿਲਿਟੀ ਨਹੀਂ ਨਿਭਾ ਸਕਿਆ, ਬੱਚਾ ਨਹੀਂ ਪੜ੍ਹ ਸਕਿਆ, ਚਰਚ ਨਹੀਂ ਜਾ ਸਕਿਆ, ਕੰਮ ਤੇ ਨਹੀਂ ਜਾ ਸਕਿਆ, ਘਰ ਦੀ ਸਿਚੁਏਸ਼ਨ ਨਹੀਂ ਸੰਭਾਲ ਸਕਿਆ। ਕਿਉਂਕਿ ਜ਼ਿੰਮੇਵਾਰੀ ਜਿਹੜੀ ਹੈਗੀ ਆ, ਹਰ ਇੱਕ ਨਵੀਂ ਚੀਜ਼ ਦੇ ਨਾਲ ਜ਼ਿੰਮੇਵਾਰੀ ਜੁੜੀ ਹੋਈ ਆ। ਤੇ ਪਰਮੇਸ਼ਰ ਤੋਂ ਜੇ ਬਲ ਮੰਗੀਏ, ਤਾਕਤ ਮੰਗੀਏ ਕਿ ਪਰਮੇਸ਼ਰ ਸਾਡੀ ਮਦਦ ਕਰੇ ਤਾਂ ਕਿ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਉਤਰ ਸਕੀਏ, ਤਾਂ ਪ੍ਰਭੂ ਦੇ ਵੱਲੋਂ ਬਹੁਤ ਵੱਡੀ ਬਰਕਤ ਆਪਣੀ ਜ਼ਿੰਦਗੀ ਉੱਤੇ ਉਤਰੇਗੀ। ਆਮੇਨ। ਤੇ ਆਪਾਂ ਇੱਕ ਬਹੁਤ ਵੱਡੀ ਗਵਾਹੀ ਛੱਡ ਸਕਾਂਗੇ ਇਸ ਆਉਣ ਵਾਲੀ ਜਨਰੇਸ਼ਨ ਦੇ ਵਾਸਤੇ। ਆਓ ਪੜਾਂਗੇ, ਪਹਿਲੇ ਸਟੈਪ ਦੇ ਵਿੱਚ ਜਾਵਾਂਗੇ। ਜਦੋਂ ਰਿਸਪੌਂਸਿਬਿਲਿਟੀਜ਼ ਦੀ ਗੱਲਬਾਤ ਕਰਦੇ ਆ, ਜ਼ਿੰਮੇਵਾਰੀਆਂ ਦੀ ਗੱਲਬਾਤ ਕਰਦੇ ਆ, ਸਭ ਤੋਂ ਪਹਿਲਾਂ ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ ਕਿ ਆਪਣੇ ਘਰ ਦੇ ਨਾਲ ਵੀ, ਆਪਣੇ ਘਰ ਵਿੱਚ ਕੁਝ ਜ਼ਿੰਮੇਵਾਰੀਆਂ ਆਪਣੇ ਨਾਲ ਜੁੜੀਆਂ ਹੋਈਆਂ ਨੇ। ਸੋ ਆਓ ਦੇਖੀਏ ਇਫੀਸ਼ੀਅਨ ਚੈਪਟਰ 6 ਵਰਸ 1 to 4 ਪੜਾਂਗੇ। ਐਫਸੀਆਂ ਦਾ 6ਵਾਂ ਚੈਪਟਰ ਪੜਾਂਗੇ, ਉਹਦੇ ਪਹਿਲੇ 4 ਵਰਸ ਪੜਾਂਗੇ। ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਨੇ, ਉਸੇ ਤਰ੍ਹਾਂ ਜਿਹੜਾ ਆਪਣਾ ਰੂਹਾਨੀ ਘਰ ਆ, ਆਪਣਾ ਐਕਲੇਸੀਆ ਆ, ਉਹਦੇ ਨਾਲ ਵੀ ਆਪਣੀਆਂ ਕੁਝ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਨੇ। ਪਰਮੇਸ਼ਰ ਦਾ ਵਚਨ ਦੱਸਦਾ ਆ, ਆਪਾਂ ਨੂੰ ਇਨਕਰੇਜ ਕਰਦਾ ਆ ਕਿ ਜੇ ਤੁਸੀਂ ਪ੍ਰਭੂ ਦੇ ਵਿੱਚ, ਰੂਹ ਦੇ ਵਿੱਚ ਜਨਮ ਲਿਆ ਆ, ਹੁਣ ਤੁਸੀਂ ਐਕਲੇਸੀਆ ਜਾਂਦੇ ਹੋ, ਪਰਮੇਸ਼ਰ ਦੇ ਸਰੀਰ ਨਾਲ ਜੁੜੇ ਹੋਏ ਹੋ। ਪ੍ਰਭੂ ਦਾ ਵਚਨ ਦੱਸਦਾ ਹੈ ਕਿ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਲਗਾਤਾਰ ਪ੍ਰਭੂ ਦੇ ਐਕਲੇਸੀਆ ਜਾ ਸਕੋ। ਤੁਹਾਡੀ ਜ਼ਿੰਮੇਵਾਰੀ ਆ ਕਿ ਲਗਾਤਾਰ ਪ੍ਰਾਰਥਨਾ ਕਰ ਸਕੋ। ਤੁਹਾਡੀ ਜ਼ਿੰਮੇਵਾਰੀ ਆ ਕਿ ਲਗਾਤਾਰ ਪ੍ਰਭੂ ਦਾ ਵਚਨ ਪੜ੍ਹ ਸਕੋ। ਤੁਹਾਡੀ ਜ਼ਿੰਮੇਵਾਰੀ ਆ ਕਿ ਆਪਣੇ 10ਵੇਂ ਦੇ ਵਿੱਚੋਂ ਕੱਢ ਕੇ ਪਰਮੇਸ਼ਰ ਦੇ ਚਰਨਾਂ 'ਚ ਲੈ ਕੇ ਆ ਸਕੋ। ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਪਰਮੇਸ਼ਰ ਦੇ ਅੱਗੇ ਆਰਾਧਨਾ, ਵਰਸ਼ਿਪ ਤੇ ਉਹਨੂੰ ਸਾਰੀ ਮਹਿਮਾ ਜਲਾਲ ਦੇ ਸਕੋ। ਜਿਸ ਤਰ੍ਹਾਂ ਇਹ ਕੁਝ ਰਿਸਪੌਂਸਿਬਿਲਿਟੀਆਂ, ਜ਼ਿੰਮੇਵਾਰੀਆਂ ਆਪਣੀ ਰੂਹਾਨੀ ਘਰ ਦੇ ਨਾਲ, ਐਕਲੇਸੀਆ ਨਾਲ ਜੁੜੀਆਂ ਹੋਈਆਂ ਨੇ, ਉਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਵੀ ਕੁਝ ਰਿਸਪੌਂਸਿਬਿਲਿਟੀਆਂ ਹੈਗੀਆਂ ਨੇ। ਪੜਾਂਗੇ ਐਫਸੀਆਂ ਦਾ 6ਵਾਂ ਚੈਪਟਰ, ਪਹਿਲੇ 4 ਵਰਸ ਪੜਾਂਗੇ ਪੰਜਾਬੀ ਦੇ ਵਿੱਚ। ਜੀ ਹਾਂ। ਬੱਚਿਓ, ਆਪਣੇ ਮਾਪਿਆਂ ਦੇ ਆਗਿਆਕਾਰ ਬਣ ਕੇ ਰਹੋ, ਕਿਉਂਕਿ ਇਹ ਕਰਨਾ ਭਲਾ ਹੈ। ਆਪਣੇ ਮਾਪਿਓ ਦਾ ਸਤਿਕਾਰ ਕਰ, ਇਹ ਪਹਿਲੀ ਆਗਿਆ ਹੈ, ਜਿਸ ਦੇ ਨਾਲ ਪ੍ਰਤਿੱਗਿਆ ਵੀ ਹੈ
ਇਸ ਦੇ ਪੂਰਾ ਕਰਨ ਨਾਲ ਤੇਰਾ ਭਲਾ ਹੋਵੇਗਾ ਅਤੇ ਧਰਤੀ ਉੱਤੇ ਤੂੰ ਲੰਬੀ ਉਮਰ ਗੁਜ਼ਾਰੇਗਾ। ਮਾਪਿਓ, ਤੁਸੀਂ ਵੀ ਆਪਣੇ ਬੱਚਿਆਂ ਨੂੰ ਖਫਾ ਨਾ ਕਰੋ, ਸਗੋਂ ਉਹਨਾਂ ਦਾ ਪਾਲਣ ਪੋਸ਼ਣ ਮਸੀਹੀ ਉਸੂਲਾਂ ਅਤੇ ਸਿੱਖਿਆ ਅਨੁਸਾਰ ਕਰੋ। ਇੱਥੇ ਰਿਸਪੌਂਸਿਬਿਲਟੀਆਂ, ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਹੈਗੀਆਂ ਨੇ ਮਾਪਿਆਂ ਨੂੰ ਵੀ, ਇੱਥੇ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਹੈਗੀਆਂ ਨੇ ਬੱਚਿਆਂ ਨੂੰ ਵੀ। ਬੱਚਿਆਂ ਨੂੰ ਆਖਿਆ ਹੈ ਕਿ ਤੁਸੀਂ ਸਤਿਕਾਰ ਕਰੋ ਆਪਣੇ ਮਾਪਿਆਂ ਦਾ, ਤੁਸੀਂ ਆਦਰ ਕਰੋ, ਆਪਣੇ ਮਾਪਿਆਂ ਦਾ ਮਾਣ ਕਰੋ। ਲੇਕਿਨ ਮਾਪਿਆਂ ਨੂੰ ਵੀ ਕਹਿ ਦਿੱਤਾ ਗਿਆ ਹੈ ਉੱਥੇ ਕਿ ਮਾਪਿਓ, ਆਪਣੇ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਪਾਲਣਾ ਪੋਸਣਾ ਕਰੋ ਬੱਚਿਆਂ ਦਾ, ਇਸ ਤਰ੍ਹਾਂ ਉਹਨਾਂ ਨੂੰ ਡਿਸਪਲਿਨ ਸਿਖਾਵੋ ਕਿ ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ, ਜਾਣੀ ਕਿ ਪਰਮੇਸ਼ਰ ਦੇ ਕਾਨੂੰਨਾਂ ਦੇ ਮੁਤਾਬਿਕ ਉਹਨਾਂ ਦੀ ਗਰੋਥ ਹੋਣੀ ਚਾਹੀਦੀ ਹੈਗੀ ਹੈ। ਆਮੇਨ। ਸੋ ਪ੍ਰਭੂ ਦੇ ਬਣਾਓ, ਇਸੇ ਤਰੀਕੇ ਦੇ ਨਾਲ ਆਪਾਂ ਡਿਊਟਰੋਨੋਮੀ ਦੀ ਕਿਤਾਬ ਦੇ ਵਿੱਚ ਜਾਵਾਂਗੇ। ਉਹਦਾ ਵੀ 6ਵਾਂ ਚੈਪਟਰ ਆਪਾਂ ਪੜਾਂਗੇ, 4ਥੇ ਵਰਸ ਤੋਂ ਲੈ ਕੇ 9ਵੇਂ ਵਰਸ ਤੱਕ ਆਪਾਂ ਪੜਾਂਗੇ ਕੀ ਆਖਦਾ ਹੈ ਪਰਮੇਸ਼ਰ ਦਾ ਵਚਨ। ਡਿਊਟਰੋਨੋਮੀ ਚੈਪਟਰ 6 ਵਰਸ 4 to 9 ਪੜਾਂਗੇ ਆਪਾਂ। ਜੀ ਹਾਂ, ਇਸੇ ਤਰ੍ਹਾਂ ਪ੍ਰਭੂ ਦੇ ਬਣਾਓ, ਜਿਸ ਤਰ੍ਹਾਂ ਬੱਚਿਆਂ ਨੂੰ ਰਿਸਪੌਂਸਿਬਿਲਿਟੀ ਦਿੱਤੀ ਗਈ ਹੈਗੀ ਆ, ਜਿਸ ਤਰ੍ਹਾਂ ਕਹਿ ਲਓ ਕਿ ਤੁਸੀਂ ਮਾਂ-ਬਾਪ ਨੂੰ ਰਿਸਪੌਂਸਿਬਿਲਿਟੀ ਦਿੱਤੀ ਗਈ ਆ, ਉਸੇ ਤਰ੍ਹਾਂ ਹਸਬੈਂਡ ਨੂੰ ਵੀ ਰਿਸਪੌਂਸਿਬਿਲਿਟੀ ਦਿੱਤੀ ਗਈ ਆ, ਵਾਈਫ ਨੂੰ ਵੀ ਰਿਸਪੌਂਸਿਬਿਲਿਟੀ ਦਿੱਤੀ ਗਈ ਆ। ਜਾਣੀ ਕਿ ਉਹਨਾਂ ਨੂੰ ਵੀ ਇਹ ਖਾਸ ਰਿਸਪੌਂਸਿਬਲ ਠਹਿਰਾਇਆ ਗਿਆ ਹੈਗਾ ਆ ਤਾਂ ਕਿ ਉਹ ਪਰਮੇਸ਼ਰ ਦੇ ਜਿਹੜੇ ਬਣਾਏ ਹੋਏ ਕਾਨੂੰਨ ਨੇ ਉਹਨਾਂ ਦੇ ਮੁਤਾਬਿਕ ਅੱਗੇ ਵੱਧ ਸਕਣ। ਆਓ ਪੜਾਂਗੇ ਆਪਾਂ ਡਿਊਟਰੋਨੋਮੀ ਚੈਪਟਰ 6 ਵਰਸ 4 to 9। ਜ਼ਿੰਮੇਵਾਰੀਆਂ ਦੇਖ ਰਹੇ ਹੈਗੇ ਆਪਾਂ ਕਿ ਜ਼ਿੰਮੇਵਾਰੀਆਂ ਦੇ ਉੱਤੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਕੀ ਸਿਖਾਉਂਦਾ ਹੈ। ਪਹਿਲੇ ਨੰਬਰ ਤੇ ਆਪਾਂ ਦੇਖ ਰਹੇ ਹੈਗੇ ਕਿ ਆਪਣੀਆਂ ਕੁਝ ਜ਼ਿੰਮੇਵਾਰੀਆਂ ਘਰ ਵਿੱਚ ਵੀ ਹੈਗੀਆਂ ਨੇ। ਆਮੇਨ। ਆਓ ਦੇਖੀਏ। ਵਿਵਸਥਾ ਸਾਰ ਇਜ਼ਰਾਈਲ ਕੌਮ ਇਹ ਗੱਲ ਧਿਆਨ ਨਾਲ ਸੁਣੇ। ਪ੍ਰਭੂ ਸਾਡਾ ਪਰਮੇਸ਼ਰ ਕੇਵਲ ਇੱਕ ਹੀ ਪ੍ਰਭੂ ਹੈ। ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਆਪਣੇ ਸਾਰੇ ਪ੍ਰਾਣ ਅਤੇ ਸਾਰੀ ਸ਼ਕਤੀ ਨਾਲ ਪਿਆਰ ਕਰੋ। ਇਹ ਸਭ ਗੱਲਾਂ ਜੋ ਅੱਜ ਮੈਂ ਤੁਹਾਨੂੰ ਕਹੀਆਂ ਹਨ, ਤੁਸੀਂ ਇਹਨਾਂ ਨੂੰ ਹਮੇਸ਼ਾ ਪੱਲੇ ਬੰਨੀ ਰੱਖੋ। ਤੁਸੀਂ ਹਰ ਸਮੇਂ ਇਹਨਾਂ ਨੂੰ ਧਿਆਨ ਨਾਲ ਆਪਣੇ ਬੱਚਿਆਂ ਨੂੰ ਵੀ ਸਿਖਾਓ। ਤੁਸੀਂ ਉਹਨਾਂ ਨਾਲ ਇਹਨਾਂ ਬਾਰੇ ਆਪਣੇ ਘਰ ਵਿੱਚ ਬੈਠਣ ਸਮੇਂ, ਰਾਹ ਵਿੱਚ ਤੁਰਿਆਂ ਜਾਂਦਿਆਂ, ਰਾਤ ਨੂੰ ਸੌਣ ਲੱਗਿਆਂ ਅਤੇ ਸਵੇਰ ਵੇਲੇ ਗੱਲਬਾਤ ਕਰੋ। ਤੁਸੀਂ ਇਹਨਾਂ ਨੂੰ ਆਪਣੇ ਹੱਥਾਂ ਦੇ ਤੇ ਚਿੰਨ੍ਹਾਂ ਦੇ ਤੌਰ ਤੇ ਬੰਨ੍ਹ ਕੇ ਰੱਖੋ ਅਤੇ ਇਹ ਹਮੇਸ਼ਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਯਾਦ ਦੇ ਤੌਰ ਤੇ ਰਹਿਣ। ਇਹਨਾਂ ਨੂੰ ਤੁਸੀਂ ਆਪਣੇ ਬੂਹਿਆਂ ਦੀਆਂ ਚੁਗਾਠਾਂ ਤੇ ਅਤੇ ਦਰਵਾਜ਼ਿਆਂ ਤੇ ਵੀ ਲਿਖ ਕੇ ਰੱਖੋ। ਘਰ ਦੀ ਰਿਸਪੌਂਸਿਬਿਲਿਟੀ ਦੀ ਗੱਲ ਹੋ ਰਹੀ ਹੈ। ਮਾਂ-ਬਾਪ ਨੂੰ ਰਿਸਪੌਂਸਿਬਿਲਿਟੀ, ਮਾਂ-ਬਾਪ ਦੀ ਜ਼ਿੰਮੇਵਾਰੀ ਕੀ ਹੈ ਤੇ ਬੱਚਿਆਂ ਦੀ ਜ਼ਿੰਮੇਵਾਰੀ ਕੀ ਹੈ। ਇਹਨਾਂ ਦੋਨਾਂ ਜ਼ਿੰਮੇਵਾਰੀਆਂ ਦੇ ਉੱਤੇ ਗੱਲ ਕਰ ਰਹੇ ਹੈਗੇ ਆਪਾਂ। ਪਰਮੇਸ਼ਰ ਦਾ ਵਚਨ ਦੱਸਦਾ ਆ, ਮਾਂ-ਬਾਪ ਨੂੰ ਕਹਿੰਦਾ ਆ ਕਿ ਆਪਣੇ ਬੱਚਿਆਂ ਨੂੰ ਤੁਸੀਂ ਪਰਮੇਸ਼ਰ ਦਾ ਵਚਨ ਉਹਨਾਂ ਦੇ ਦਿਲ ਵਿੱਚ ਪਾਵੋ, ਉਹਨਾਂ ਦੇ ਮਨ ਵਿੱਚ ਪਾਵੋ। ਇੱਥੋਂ ਤੱਕ ਕਰਕੇ ਲਿਖਿਆ ਗਿਆ ਹੈ ਕਿ ਦਰਵਾਜ਼ਿਆਂ ਦੇ ਉੱਤੇ, ਕੰਧਾਂ ਦੇ ਉੱਤੇ ਵੀ ਤੁਸੀਂ ਬਾਈਬਲ ਵਰਸਿਸ ਲਿਖ ਕੇ ਰੱਖੋ ਤਾਂ ਕਿ ਬੱਚੇ ਜਿਹੜੇ ਹੈਗੇ ਨੇ ਉੱਠਦੇ ਨੇ ਤੇ ਉਹ ਬਾਈਬਲ ਵਰਸਿਸ ਜਿਹੜੇ ਹੈਗੇ ਨੇ ਉਹ ਯਾਦ ਕਰ ਸਕਣ, ਉਹਨੂੰ ਸੋਚ ਸਕਣ, ਉਹ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਰਾਜ ਕਰ ਸਕਣ। ਆਮੇਨ। ਸੋ ਪ੍ਰਭੂ ਦੇ ਬਣੋ, ਇਹ ਤਾਂ ਆਪਾਂ ਪਹਿਲੇ ਨੰਬਰ ਤੇ ਦੇਖਿਆ ਕਿ ਘਰ ਦੇ ਵਿੱਚ ਕਿਹੜੀਆਂ ਰਿਸਪੌਂਸਿਬਿਲਿਟੀਆਂ ਹੈਗੀਆਂ ਨੇ, ਮਾਂ-ਬਾਪ ਦੇ ਉੱਤੇ ਕਿਹੜੀਆਂ ਰਿਸਪੌਂਸਿਬਿਲਿਟੀਆਂ ਹੈਗੀਆਂ ਨੇ, ਬੱਚਿਆਂ ਦੇ ਉੱਤੇ, ਤਾਂ ਕਿ ਪਰਮੇਸ਼ਰ ਦੇ ਬਣਾਏ ਹੋਏ ਕਾਨੂੰਨਾਂ ਦੇ ਮੁਤਾਬਿਕ ਜ਼ਿੰਦਗੀ ਬਤੀਤ ਕਰ ਸਕਣ ਤੇ ਰੱਬ ਦੀਆਂ ਢੇਰ ਸਾਰੀਆਂ ਬਰਕਤਾਂ ਲੈ ਕੇ ਆ ਸਕਣ। ਲਿਖਿਆ ਆ, ਲੰਬੀ ਉਮਰ ਤੂੰ ਭਾਗੇਂਗਾ, ਲੰਬੀ ਉਮਰ ਹੋਵੇਗੀ ਤੇਰੀ ਤੇ ਤੇਰਾ ਬੋਲਬਾਲਾ ਹੋਵੇਗਾ, ਯਾਨੀ ਕਿ ਤੂੰ ਸਕਸੈਸਫੁਲ ਹੋਵੇਗਾ। ਪ੍ਰੋਸਪੈਰਿਟੀ ਪਰਮੇਸ਼ਰ ਨੇ ਵਾਅਦਾ ਕੀਤਾ ਹੈਗਾ ਕਿ ਪ੍ਰਭੂ ਬਰਕਤ ਦੇਵੇਗਾ ਉਹਨਾਂ ਨੂੰ ਜਿਹੜੇ ਇੱਜ਼ਤ ਮਾਨ ਕਰਦੇ ਨੇ ਆਪਣੇ ਮਾਪਿਆਂ ਦੇ। ਆਮੇਨ। ਦੂਸਰੇ ਨੰਬਰ ਤੇ ਆਪਾਂ ਦੇਖਾਂਗੇ ਪ੍ਰਭੂ ਦੇ ਬਣੋ ਕਿ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ, ਤਾਲੁਕਾਤ ਦੇ ਵਿੱਚ ਵੀ ਕੁਝ ਰਿਸਪੌਂਸਿਬਿਲਿਟੀਆਂ ਹੈਗੀਆਂ ਨੇ, ਕੁਝ ਜ਼ਿੰਮੇਵਾਰੀਆਂ ਨੇ ਤਾਲੁਕਾਤ ਦੇ ਵਿੱਚ ਵੀ, ਰਿਸਪੌਂਸਿਬਿਲਿਟੀਆਂ ਨੇ ਰਿਲੇਸ਼ਨਸ਼ਿਪ ਦੇ ਵਿੱਚ ਵੀ। ਆਮੇਨ। ਜਿਸ ਤਰ੍ਹਾਂ ਜਦੋਂ ਆਪਣਾ ਰਿਲੇਸ਼ਨਸ਼ਿਪ, ਆਪਣਾ ਸੰਬੰਧ ਉਸ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਆ ਤੇ ਆਪਣੀ ਪਰਮੇਸ਼ਰ ਵਿੱਚ ਕਹਿੰਦਾ ਆਪਣੀ ਰਿਸਪੌਂਸਿਬਿਲਿਟੀ ਆ ਕਿ ਆਪਾਂ ਉਸ ਪਰਮੇਸ਼ਰ ਦੇ ਨਾਲ ਸੰਪਰਕ ਕਰ ਸਕੀਏ, ਉਹਦੇ ਨਾਲ ਕਮਿਊਨੀਕੇਸ਼ਨ ਕਰ ਸਕੀਏ, ਉਹਦੇ ਨਾਲ ਕਮਿਊਨੀਕੇਟ ਕਰ ਸਕੀਏ। ਆਪਾਂ ਪਰਮੇਸ਼ਰ ਦਾ ਵਚਨ ਪੜ੍ਹ ਕੇ ਉਸ ਪਰਮੇਸ਼ਰ ਦੇ ਸ਼ਬਦਾਂ ਤੇ ਧਿਆਨ ਦਿੰਦੇ ਆ, ਉਹਦੀਆਂ ਗੱਲਾਂ ਨੂੰ ਸੁਣਦੇ ਆ ਤੇ ਆਪਾਂ ਰੱਬ ਦੇ ਵਚਨਾਂ ਨੂੰ ਆਪਣੇ ਦੇ ਵਿੱਚ ਪਾਉਂਦੇ ਆ। ਆਮੇਨ। ਰੱਬ ਦੀਆਂ ਗੱਲਾਂ ਆਪਣੇ ਮਨ ਵਿੱਚ ਆਉਂਦੀਆਂ ਨੇ ਬਾਈਬਲ ਪੜ੍ਹ ਕੇ। ਉਸ ਤਰ੍ਹਾਂ ਪ੍ਰੇਅਰ ਕਰਕੇ ਆਪਾਂ ਆਪਣੇ ਦਿਲ ਦੀਆਂ ਗੱਲਾਂ ਉਸ ਪਰਮੇਸ਼ਰ ਦੇ ਨਾਲ ਸਾਂਝੀਆਂ ਕਰਦੇ ਆ, ਉਸ ਰੱਬ ਦੇ ਨਾਲ ਸਾਂਝੀਆਂ ਕਰਦੇ ਹੈਗੇ ਆ। ਆਮੇਨ। ਉਸੇ ਤਰ੍ਹਾਂ ਆਪਾਂ ਰੂਹ ਦੇ ਵਿੱਚ ਪ੍ਰਾਰਥਨਾ ਕਰਕੇ ਪਰਮੇਸ਼ਰ ਨਾਲ ਕਮਿਊਨੀਕੇਟ ਕਰਦੇ ਹੈਗੇ। ਚਰਚ ਜਾ ਕੇ ਉਹਦੇ ਸਰੀਰ ਦੇ ਨਾਲ, ਮੈਂਬਰਸ ਦੇ ਨਾਲ ਮਿਲ ਕੇ ਇੱਕ ਦੂਸਰੇ ਦੀ ਸੇਵਾ ਕਰਕੇ, ਇੱਕ ਦੂਸਰੇ ਨੂੰ ਇਨਕਰੇਜ ਕਰਕੇ, ਇੱਕ ਦੂਸਰੇ ਨੂੰ ਫੋਲੋ ਕਰਕੇ, ਇੱਕ ਦੂਸਰੇ ਦੇ ਅਧੀਨ ਹੋ ਕੇ ਆਪਾਂ ਰਿਸਪੌਂਸਿਬਿਲਿਟੀ ਨਿਭਾਉਂਦੇ ਹੈਗੇ ਆ ਕਿ ਆਪਾਂ ਪਰਮੇਸ਼ਰ ਦੇ ਨਾਲ ਜੁੜੇ ਹੋਏ ਆ ਫੈਲੋਸ਼ਿਪ ਦੇ ਵਿੱਚ। ਲੇਕਿਨ ਉਸ ਤਰ੍ਹਾਂ ਆਪਣੇ ਘਰ ਦੇ ਵਿੱਚ ਵੀ ਕੁਝ ਰਿਲੇਸ਼ਨਸ਼ਿਪ ਨੇ ਜਿਹੜੇ ਕਹਿ ਲਓ ਕਿ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ
ਜਿਸ ਤਰ੍ਹਾਂ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹੈ। ਪੜਾਂਗੇ ਪ੍ਰਭੂ ਦੇ ਬਚਨ ਵਿੱਚ, ਜਾਵਾਂਗੇ ਪ੍ਰਭੂ ਦੇ ਬਣਾਉ ਆਪਾਂ। 1 Peter chapter 4 verse 4 ਦੇਖਾਂਗੇ ਆਪਾਂ। ਪਹਿਲਾ ਪਤਰਸ 4:4 ਦੇਖਾਂਗੇ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਮਾਂ-ਬਾਪ ਦੀਆਂ ਕੁਝ ਰਿਸਪੌਂਸਿਬਿਲਿਟੀਆਂ ਨੇ, ਬੱਚਿਆਂ ਦੀ ਰਿਸਪੌਂਸਿਬਿਲਿਟੀਆਂ ਨੇ, ਲੇਕਿਨ ਆਓ ਦੇਖੀਏ ਕਿ ਆਪਣੇ ਤਾਲੁਕਾਤ ਦੇ ਵਿੱਚ, ਰਿਲੇਸ਼ਨਸ਼ਿਪ ਦੇ ਵਿੱਚ ਵੀ ਕੁਝ ਰਿਸਪੌਂਸਿਬਿਲਿਟੀਆਂ ਆਪਾਂ ਨੂੰ ਨਿਭਾਉਣੀਆਂ ਪੈਣੀਆਂ ਨੇ ਪਰਮੇਸ਼ਰ ਦੇ ਵਚਨ ਮੁਤਾਬਿਕ। ਆਓ ਪੜ੍ਹੀਏ ਪਹਿਲਾ ਪਤਰਸ 4:4। ਜੀ ਹਾਂ, ਇਸੇ ਲਈ ਹੁਣ ਜਦੋਂ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦੇ ਖੁੱਲੇ ਜੰਗਲੀ ਜੀਵਨ ਵਿੱਚ ਹਿੱਸਾ ਨਹੀਂ ਲੈਂਦੇ ਹੋ ਤਾਂ ਉਹ ਤੁਹਾਡੇ ਤੇ ਹੈਰਾਨ ਹੁੰਦੇ ਹਨ ਅਤੇ ਤੁਹਾਡੀ ਨਿੰਦਾ ਵੀ ਕਰਦੇ ਹਨ। ਜਾਨੀ ਕਿ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਤਾਲੁਕਾਤ ਨੇ, ਤੁਹਾਡੇ ਚਾਚੇ ਨੇ, ਤੁਹਾਡੇ ਤਾਏ ਨੇ, ਤੁਹਾਡੇ ਮਾਮੇ ਨੇ, ਤੁਹਾਡੇ ਹੋਰ ਨੇੜ ਦੇ ਦੂਰ ਦੇ ਰਿਸ਼ਤੇਦਾਰ ਨੇ, ਉਹ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹ ਵੀ ਇੱਕ ਤਰ੍ਹਾਂ ਕਹਿ ਲਓ ਕਿ ਕੋਸ਼ਿਸ਼ ਕਰਦੇ ਹੈਗੇ ਨੇ ਤੁਹਾਨੂੰ ਡਿਸਕਰੇਜ ਕਰਨ ਦੀ, ਤਾਂ ਕਿ ਤੁਸੀਂ ਪਰਮੇਸ਼ਰ ਵਿੱਚ ਨਾ ਵੱਧ ਸਕੋ। ਲੇਕਿਨ ਪਰਮੇਸ਼ਰ ਦਾ ਵਚਨ ਦੱਸਦਾ ਕਿ ਫਿਰ ਵੀ ਆਪਾਂ ਆਹ ਤਾਲੁਕਾਤ ਨਿਭਾ ਰਹੇ ਹੈਗੇ ਨੇ ਤੇ ਬੜੀ ਸ਼ਾਂਤੀ ਦੇ ਨਾਲ, ਬੜੇ ਧੀਰਜ ਦੇ ਨਾਲ ਅੱਗੇ ਵਧਣਾ ਆ, ਤਾਂ ਕਿ ਉਹਨਾਂ ਤੱਕ ਵੀ ਰੱਬ ਦੀ ਗਵਾਹੀ ਜਿਹੜੀ ਹੈਗੀ ਆ ਪਹੁੰਚ ਸਕੇ। ਆਮੇਨ। ਆਓ ਪੜਾਂਗੇ ਰੋਮਨਸ ਚੈਪਟਰ 12 ਤੇ ਉਹਦਾ ਦੂਸਰਾ ਵਰਸ ਆਪਾਂ ਦੇਖਾਂਗੇ। ਬੜਾ ਫੇਮਸ ਵਰਸ ਹੈਗਾ ਆ, ਸਾਰੇ ਤਕਰੀਬਨ ਜਾਣਦੇ ਨੇ, ਲੇਕਿਨ ਆ ਫਿਰ ਵੀ ਧਿਆਨ ਨਾਲ ਆਪਾਂ ਦੇਖਾਂਗੇ। ਰੋਮਨਸ ਚੈਪਟਰ 12 ਵਰਸ 2 ਪੰਜਾਬੀ ਦੇ ਵਿੱਚ ਦੇਖੀਏ ਪਰਮੇਸ਼ਰ ਦਾ ਵਚਨ ਕੀ ਆਖਦਾ ਹੈ। ਜੀ ਹਾਂ, ਆਪਣੇ ਆਪ ਨੂੰ ਸੰਸਾਰ ਦੇ ਅਨੁਕੂਲ ਨਾ ਬਣਾਓ, ਸਗੋਂ ਆਪਣੇ ਆਪ ਨੂੰ ਅੰਦਰੋਂ ਪਰਮੇਸ਼ਰ ਨੂੰ ਬਦਲਣ ਦੇਵੋ, ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝ ਸਕੋ ਕਿ ਉਸ ਦੇ ਸਾਹਮਣੇ ਭਲਾ, ਮੰਨਣਯੋਗ ਅਤੇ ਪੂਰਨ ਕੀ ਹੈ। ਜਾਨੀ ਕਿ ਤੁਹਾਡੇ ਘਰ ਦੇ ਵਿੱਚ ਆਪਾਂ ਕਿਉਂ ਆਪਣੇ ਆਪ ਨੂੰ ਬਦਲਣਾ ਜ਼ਰੂਰੀ ਆ? ਬਈ ਉਦਾਂ ਹੀ ਕਾਹਤੋਂ ਨਹੀਂ ਰਹਿ ਸਕਦੇ ਜਿੱਦਾਂ ਦੇ ਹੈਗੇ ਆ? ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜਿਹੜੇ ਸ਼ਬਦ ਆਪਾਂ ਬੋਲਦੇ ਆ, ਜੋ ਐਕਸ਼ਨ ਆਪਾਂ ਕਰਦੇ ਆ, ਜੋ ਆਪਣਾ ਐਟੀਟਿਊਡ ਹੁੰਦਾ ਆ, ਜੋ ਆਪਣਾ ਰਵੱਈਆ ਹੁੰਦਾ ਆ, ਜੋ ਆਪਣਾ ਕਰੈਕਟਰ ਹੁੰਦਾ ਆ, ਜੋ ਆਪਣਾ ਬੋਲਣਾ ਤੇ ਚੱਲਣਾ ਹੁੰਦਾ, ਉਹਦਾ ਅਸਰ ਪੈਂਦਾ ਆ ਆਪਣੇ ਤਾਲੁਕਾਤ ਦੇ ਵਿੱਚ, ਆਪਣੇ ਘਰ ਦੇ ਵਿੱਚ। ਆਪਣੇ ਜੋ ਵੀ ਤੁਹਾਡੇ ਰਿਸ਼ਤੇਦਾਰ, ਜੋ ਵੀ ਤੁਹਾਡੇ ਬੱਚੇ, ਜੋ ਵੀ ਤੁਹਾਡੇ ਨੇੜ ਦੂਰ ਦੇ ਰਿਸ਼ਤੇਦਾਰ, ਹਸਬੈਂਡ ਵਾਈਫ, ਜਿਹੜੇ ਵੀ ਤੁਹਾਡੇ ਰਹਿੰਦੇ ਨੇ ਘਰ ਦੇ ਵਿੱਚ, ਹਰ ਸ਼ਬਦ ਜਿਹੜਾ ਤੁਸੀਂ ਬੋਲੋਗੇ ਉਹਦਾ ਅਸਰ ਪਏਗਾ ਉਹਨਾਂ ਦੇ ਉੱਤੇ। ਜਿਹੜੀ ਚੀਜ਼ ਵੀ ਤੁਸੀਂ ਮੂੰਹ ਦੇ ਵਿੱਚੋਂ ਕੱਢੋਗੇ, ਐਕਸ਼ਨ ਜੋ ਤੁਹਾਡਾ ਹੋਏਗਾ ਉਹਦਾ ਅਸਰ ਪਏਗਾ ਉਹਨਾਂ ਦੇ ਉੱਤੇ। ਜਿਹੜਾ ਤੁਹਾਡਾ ਰਵੱਈਆ ਹੋਏਗਾ, ਜਿਹੜਾ ਤੁਹਾਡਾ ਐਟੀਟਿਊਡ ਹੋਵੇਗਾ, ਉਹਦਾ ਅਸਰ ਹੋਏਗਾ ਉਹਨਾਂ ਉੱਤੇ। ਤੇ ਹਰ ਐਕਸ਼ਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ। ਇੱਕ ਦਿਨ ਤੁਹਾਨੂੰ ਹਿਸਾਬ ਕਿਤਾਬ ਦੇਣਾ ਪਏਗਾ ਹਰ ਉਹ ਸ਼ਬਦ ਦਾ ਜਿਹੜਾ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਕੱਢਿਆ ਤੇ ਦੂਜੇ ਨੂੰ ਸੱਟ ਲੱਗੀ, ਹਰ ਉਹ ਰਵੱਈਆ ਦਾ ਜਿਹੜਾ ਐਕਸ਼ਨ ਤੁਹਾਡੇ ਤੁਸੀਂ ਲਿਆ, ਜਿਹੜਾ ਐਟੀਟਿਊਡ ਸੀਗਾ ਤੁਹਾਡਾ, ਜਿਹੜਾ ਕਰੈਕਟਰ ਸੀਗਾ ਤੁਹਾਡਾ, ਜਿਹੜਾ ਵੀ ਰਵੱਈਆ ਸੀਗਾ ਤੁਹਾਡਾ, ਉਹਦਾ ਅਸਰ ਜਿਹੜਾ ਦੂਜਿਆਂ ਨੇ ਪਿਆ, ਉਹਦਾ ਹਿਸਾਬ ਕਿਤਾਬ ਤੁਹਾਨੂੰ ਦੇਣਾ ਪਏਗਾ ਰੱਬ ਦੇ ਅੱਗੇ। ਇਹ ਆਪਣੀ ਜ਼ਿੰਮੇਵਾਰੀ ਆ ਕਿ ਆਪਾਂ ਬੋਲੀਏ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ, ਆਪਾਂ ਐਕਟ ਕਰੀਏ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ, ਆਪਣਾ ਕਰੈਕਟਰ, ਆਪਣਾ ਐਟੀਟਿਊਡ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਹੋਵੇ। ਪੜਾਂਗੇ ਪ੍ਰਭੂ ਦੇ ਵਚਨ ਚ ਪਹਿਲਾ ਕੋਰਿੰਥੀਅਨ 15ਵਾਂ ਚੈਪਟਰ ਦੇਖਾਂਗੇ, ਉਹਦਾ 33ਵਾਂ ਵਰਸ ਪੜਾਂਗੇ ਆਪਾਂ ਪੰਜਾਬੀ ਦੇ ਵਿੱਚ। 1 ਕੋਰਿੰਥੀਅਨ ਚੈਪਟਰ 15 ਵਰਸ 33 ਪੰਜਾਬੀ ਚ। ਜੀ ਹਾਂ, ਧੋਖਾ ਨਾ ਖਾਵੋ, ਬੁਰੀ ਸੰਗਤ ਚੰਗੇ ਭਲੇ ਚਰਿੱਤਰਵਾਨ ਮਨੁੱਖ ਨੂੰ ਨਾਸ਼ ਕਰ ਦਿੰਦੀ ਹੈ। ਇਹੀ ਕਾਰਨ ਆ ਕਿ ਇਨਕਰੇਜ ਕੀਤਾ ਜਾਂਦਾ ਆ ਸਾਰੇ ਵਿਸ਼ਵਾਸੀਆਂ ਨੂੰ ਕਿ ਚਰਚ ਦੇ ਨਾਲ ਸੰਗਤੀ ਬਣਾਈ ਰੱਖੀਏ। ਪ੍ਰਭੂ ਦਾ ਵਚਨ ਕਹਿੰਦਾ ਆ ਜਿਹੜਾ ਅੰਗ ਇੱਕ ਦੂਜੇ ਅੰਗ ਨਾਲ ਜੁੜਿਆ ਹੋਇਆ ਆ, ਉਸੇ ਅੰਗ ਦੇ ਵਿੱਚ ਸਰੀਰ ਦਾ ਲਹੂ ਜਿਹੜਾ ਦੌੜਦਾ ਹੈ ਤੇ ਉਹੀ ਅੰਗ ਜਿਉਂਦਾ ਰਹਿੰਦਾ ਆ। ਉਸੇ ਤਰ੍ਹਾਂ ਪ੍ਰਭੂ ਦੇ ਬਿਨਾਂ ਪਰਮੇਸ਼ਰ ਦਾ ਜਿਹੜਾ ਕਲੀਸਿਆ ਆ, ਉਹ ਇੱਕ ਸਰੀਰ ਹੈ। ਜਦੋਂ ਆਪਾਂ ਸਰੀਰ ਦੇ ਨਾਲ ਜੁੜੇ ਰਹਿੰਦੇ ਆ, ਜਦੋਂ ਉਹਨਾਂ ਨਾਲ ਇਕੱਠੇ ਬੈਠ ਕੇ ਸੰਗਤੀ ਕਰਦੇ ਆ, ਇਕੱਠੇ ਬੈਠ ਕੇ ਵਰਸ਼ਿਪ ਕਰਦੇ ਆ, ਇਕੱਠੇ ਬੈਠ ਕੇ ਪ੍ਰਭੂ ਦਾ ਵਚਨ ਸੁਣਦੇ ਆ, ਇਕੱਠੇ ਬੈਠ ਕੇ ਪ੍ਰਾਰਥਨਾ ਕਰਦੇ ਆ, ਪਰਮੇਸ਼ਰ ਦਾ ਵਚਨ ਕਹਿੰਦਾ ਆ, ਉਦੋਂ ਪਰਮੇਸ਼ਰ ਦੀ ਬਰਕਤ ਜਿਹੜੀ ਹੈਗੀ ਆ ਉਹ ਸਾਰਿਆਂ ਉੱਤੇ ਉਤਰਦੀ ਹੈਗੀ ਆ। ਆਮੇਨ। ਇਹ ਕਿੱਡੀ ਵੱਡੀ ਬਰਕਤ ਆ, ਇਹ ਕਿੱਡਾ ਵੱਡਾ ਪਰਮੇਸ਼ਰ ਦਾ ਵਾਅਦਾ ਆ ਕਿ ਜੁੜਨ ਦੇ ਨਾਲ, ਇੱਕ ਦੂਸਰੇ ਦੇ ਨਾਲ ਜੁੜਨ ਦੇ ਨਾਲ ਆਪਾਂ ਗਰੋ ਕਰਦੇ ਹੈਗੇ ਰੂਹ ਦੇ ਵਿੱਚ। ਆਮੇਨ। ਸੋ ਇਹ ਜ਼ਿੰਮੇਵਾਰੀ ਆਪਣੇ ਉੱਤੇ ਆ। ਇੱਕ ਹੋਰ ਵਚਨ ਪੜਾਂਗੇ ਇਹਦੇ ਨਾਲ ਹੀ ਆਪਾਂ, 2 ਕੋਰਿੰਥੀਅਨ ਚੈਪਟਰ 6 ਵਰਸ 14 ਦੇਖਾਂਗੇ ਪੰਜਾਬੀ ਦੇ ਵਿੱਚ। ਯਾਦ ਰੱਖੋ, ਤੁਹਾਡੇ ਸ਼ਬਦ, ਤੁਹਾਡੇ ਐਕਸ਼ਨ ਤੇ ਤੁਹਾਡਾ ਐਟੀਟਿਊਡ, ਇਹ ਇੱਕ ਦਿਨ ਹਿਸਾਬ ਕਿਤਾਬ ਲਿਆ ਜਾਏਗਾ ਇਹਦਾ।
ਇੱਕ ਦਿਨ ਤੁਸੀਂ ਲੇਖਾ ਦੇਵੋਗੇ ਪਰਮੇਸ਼ਰ ਦੇ ਸਾਹਮਣੇ, ਹਰ ਸ਼ਬਦ ਦਾ ਜਿਹੜਾ ਆਪਣੇ ਮੂੰਹ 'ਚ ਕੱਢਿਆ, ਹਰ ਐਕਸ਼ਨ ਦਾ ਤੇ ਹਰ ਐਟੀਟਿਊਡ ਦਾ। ਸੋ ਆਪਣੀ ਜ਼ਿੰਦਗੀ ਇਸ ਤਰ੍ਹਾਂ ਬਤੀਤ ਕਰਨੀ ਆ ਜਿਹਦੇ ਨਾਲ ਪਰਮੇਸ਼ਰ ਦੀ ਬਰਕਤ ਤੁਹਾਡੇ ਉੱਤੇ ਆਵੇ, ਤੇ ਜਿਹਦੇ ਨਾਲ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਪਰਮੇਸ਼ਰ ਦੀ ਮਹਿਮਾ ਵਾਸਤੇ ਕਰ ਰਹੇ ਹੋ, ਪਰਮੇਸ਼ਰ ਦੇ ਜਲਾਲ ਵਾਸਤੇ ਕਰ ਰਹੇ ਹੋ। ਕਿਸੇ ਨੂੰ ਠੇਸ ਨਹੀਂ ਲੱਗ ਰਹੀ, ਆਮੇਨ। ਗੁਆਂਢੀ ਨੂੰ ਠੇਸ ਨਹੀਂ ਲੱਗ ਰਹੀ, ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਠੇਸ ਨਹੀਂ ਲੱਗ ਰਹੀ। ਕਿਉਂ? ਕਿਉਂਕਿ ਪਰਮੇਸ਼ਰ ਦੀ ਬਰਕਤ ਤੁਹਾਡੇ ਤੇ, ਤੁਸੀਂ ਫਿਰ ਰੂਹਾਨੀ ਤੌਰ ਤੇ ਗਰੋ ਹੋ ਰਹੇ ਹੋ। ਤੁਸੀਂ ਫਲ ਦੇਖੋਗੇ ਆਪਣੀ ਜ਼ਿੰਦਗੀ ਦੇ ਵਿੱਚ। ਤੁਸੀਂ ਦੇਖੋਗੇ ਹੌਲੀ ਹੌਲੀ ਕਰਕੇ ਤੁਹਾਡਾ ਸਾਰਾ ਘਰਾਣਾ, ਤੁਹਾਡੇ ਨੇੜੇ ਦੇ ਦੂਰ ਦੇ ਰਿਸ਼ਤੇਦਾਰ, ਤੁਹਾਡੇ ਟੱਬਰ, ਤੁਹਾਡੇ ਚਾਹਣ ਵਾਲੇ ਹੌਲੀ ਹੌਲੀ ਕਰਕੇ ਪਰਮੇਸ਼ਰ ਦੇ ਵਿੱਚ ਆ ਜਾਣਗੇ, ਤੇ ਇੱਕ ਦਿਨ ਤੁਸੀਂ ਤੇ ਤੁਹਾਡਾ ਘਰਾਣਾ ਪਰਮੇਸ਼ਰ ਦੀ ਸੇਵਾ ਕਰੋਗੇ, ਆਮੇਨ। ਲੇਕਿਨ ਇਹ ਸਾਰਾ ਡਿਪੈਂਡ ਕਰਦਾ, ਭਰਾਵੋ ਤੇ ਬਣੋ, ਆਪਣੇ ਰਵੱਈਏ ਤੇ ਡਿਪੈਂਡ ਕਰਦਾ ਆ, ਆਪਣੇ ਬੋਲਣ ਤੇ, ਆਪਣੇ ਐਕਸ਼ਨ ਲੈਣ ਤੇ ਆਪਣੇ ਐਟੀਟਿਊਡ ਤੇ। ਆਓ ਪੜ੍ਹੀਏ ਪਹਿਲਾ ਕੋਰਿੰਥੀਆਂ, ਦੂਜਾ ਕੋਰਿੰਥੀਆਂ ਚੈਪਟਰ 6 ਵਰਸ 14। ਜੀ ਹਾਂ। ਤੁਸੀਂ ਅਵਿਸ਼ਵਾਸੀਆਂ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਨਾ ਕਰੋ। ਧਰਮ ਦਾ ਅਧਰਮ ਨਾਲ ਕੀ ਸੰਬੰਧ ਹੈ? ਚਾਨਣ ਦਾ ਹਨੇਰੇ ਨਾਲ ਕੀ ਰਿਸ਼ਤਾ ਹੈ? ਜਾਣੀ ਕਿ ਆਪਾਂ ਭਰਾਵੋ ਤੇ ਭੈਣੋ, ਜਿਹੜੇ ਅਧਰਮਿਕ ਲੋਕ ਹੈਗੇ ਨੇ, ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਜੋੜ ਸਕਦੇ, ਉਹਨਾਂ ਦੀਆਂ ਗੱਲਾਂ ਨਹੀਂ ਸਿੱਖ ਸਕਦੇ, ਉਹਨਾਂ ਦੀ ਸੰਗਤੀ ਦੇ ਵਿੱਚ ਪੈ ਕੇ ਆਪਣਾ ਐਟੀਟਿਊਡ ਜਿਹੜਾ ਹੈਗਾ ਆ, ਆਪਣਾ ਰਵੱਈਆ ਆ, ਆਪਣਾ ਚਾਲ ਜਿਹੜੀ ਹੈਗੀ ਆ, ਉਹ ਗੜਬੜ ਸ਼ੜਬੜ ਨਹੀਂ ਕਰ ਸਕਦੇ, ਕਿਉਂਕਿ ਉਹਦਾ ਅਸਰ ਆਪਣੇ ਤੇ ਪਏਗਾ। ਤਾਂ ਹੀ ਪਰਮੇਸ਼ਰ ਨੇ ਇੱਕ ਐਸਾ ਇਨਵਿਜ਼ੀਬਲ ਨੇਸ਼ਨ ਚਰਚ, ਪ੍ਰਭੂ ਯਿਸੂ ਮਸੀਹ ਦਾ ਸਰੀਰ ਕਾਇਮ ਕੀਤਾ ਆ ਤੇ ਆਪਣੇ ਸਾਰਿਆਂ ਦੇ ਸਾਹਮਣੇ ਆ, ਤਾਂ ਕਿ ਸੰਗਤੀ ਕਰਕੇ ਆਪਾਂ ਪਰਮੇਸ਼ਰ ਦੀ ਰੂਹ ਥਾਈਂ ਦੀ, ਪਰਮੇਸ਼ਰ ਦੇ ਵਚਨਾਂ ਥਾਈਂ ਦੀ ਉਹ ਬਰਕਤ ਲੈ ਸਕੀਏ, ਜਿਹਦੇ ਨਾਲ ਆਪਾਂ ਉਸ ਰਿਸਪੌਂਸਿਬਿਲਿਟੀ ਨੂੰ ਨਿਭਾ ਸਕੀਏ ਜਿਹੜੀ ਪਰਮੇਸ਼ਰ ਨੇ ਆਪਾਂ ਨੂੰ ਦਿੱਤੀ ਹੈਗੀ ਆ। ਅੱਗੇ ਦੇਖਾਂਗੇ, ਪਹਿਲੇ ਨੰਬਰ ਤੇ ਆਪਾਂ ਦੇਖਿਆ ਕਿ ਆਪਣੇ ਘਰ ਦੇ ਵਿੱਚ ਕੁਝ ਜ਼ਿੰਮੇਵਾਰੀਆਂ ਨੇ। ਦੂਜੇ ਨੰਬਰ ਤੇ ਆਪਾਂ ਦੇਖਿਆ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਲ ਰਿਲੇਸ਼ਨਸ਼ਿਪਸ ਦੇ ਵਿੱਚ ਕੁਝ ਜ਼ਿੰਮੇਵਾਰੀਆਂ ਨੇ। ਤੀਸਰੇ ਨੰਬਰ ਤੇ ਆਪਾਂ ਦੇਖਾਂਗੇ ਕਿ ਆਪਣੀ ਚਰਚ ਵਿੱਚ ਵੀ ਕੁਝ ਰਿਸਪੌਂਸਿਬਿਲਿਟੀਆਂ ਨੇ, ਕੁਝ ਜ਼ਿੰਮੇਵਾਰੀਆਂ ਨੇ। ਪੜਾਂਗੇ ਸੰਤ ਮਤੀ 25ਵਾਂ ਚੈਪਟਰ ਦੇਖਾਂਗੇ, ਉਹਦਾ 14ਵੇਂ ਵਰਸ ਤੋਂ ਲੈ ਕੇ 30ਵੇਂ ਵਰਸ ਤੱਕ ਪੜਾਂਗੇ ਆਪਾਂ, ਪਰਮੇਸ਼ਰ ਦਾ ਵਚਨ ਕੀ ਆਖਦਾ ਹੈਗਾ ਆ। ਰਿਸਪੌਂਸਿਬਿਲਿਟੀਆਂ ਜਿਹੜੀਆਂ ਪਰਮੇਸ਼ਰ ਨੇ ਦਿੱਤੀਆਂ ਨੇ, ਜ਼ਿੰਮੇਵਾਰੀਆਂ ਚਰਚ ਹੋਣ ਦੇ ਨਾਤੇ ਆਪਣੀਆਂ ਕੀ ਜ਼ਿੰਮੇਵਾਰੀਆਂ ਨੇ। ਆਓ ਪੜੀਏ ਸੰਤ ਮਤੀ 25ਵਾਂ ਚੈਪਟਰ 14ਵੇਂ ਵਰਸ ਤੋਂ ਲੈ ਕੇ ਆਪਾਂ 30ਵੇਂ ਤੱਕ ਜਾਵਾਂਗੇ। ਜੀ ਹਾਂ, ਆਓ ਧਿਆਨ ਨਾਲ ਸੁਣੀਏ, ਬੜੇ ਜ਼ਬਰਦਸਤ ਵਚਨ ਹੈ। ਇਹ ਗੱਲ ਅਸਲ ਵਿੱਚ ਇੱਕ ਆਦਮੀ ਦੇ ਵਰਗੀ ਹੈ, ਜਿਸ ਨੇ ਪ੍ਰਦੇਸ਼ ਜਾਣ ਲੱਗਿਆ ਆਪਣੇ ਨੌਕਰਾਂ ਨੂੰ ਸੱਦ ਕੇ ਉਹਨਾਂ ਨੂੰ ਆਪਣੇ ਧਨ ਮਾਲ ਦੀ ਜ਼ਿੰਮੇਵਾਰੀ ਸੌਂਪੀ। ਉਸ ਨੇ ਹਰ ਇੱਕ ਨੂੰ ਉਸ ਦੀ ਯੋਗਤਾ ਦੇ ਅਨੁਸਾਰ ਦਿੱਤਾ। ਇੱਕ ਨੂੰ ਧਨ ਦੀਆਂ 5 ਥੈਲੀਆਂ, ਦੂਜੇ ਨੂੰ 2 ਥੈਲੀਆਂ ਅਤੇ ਤੀਜੇ ਨੂੰ 1 ਥੈਲੀ। ਫਿਰ ਉਹ ਪ੍ਰਦੇਸ਼ ਚਲਾ ਗਿਆ। ਪਿੱਛੋਂ ਉਹ ਨੌਕਰ ਜਿਸ ਨੂੰ ਧਨ ਦੀਆਂ 5 ਥੈਲੀਆਂ ਮਿਲੀਆਂ ਸਨ, ਉਸਨੇ ਉਹਨਾਂ ਨਾਲ ਵਪਾਰ ਕੀਤਾ ਅਤੇ 5 ਹੋਰ ਕਮਾ ਲਈਆਂ। ਇਸੇ ਤਰ੍ਹਾਂ ਜਿਸ ਨੂੰ 2 ਮਿਲੀਆਂ ਸਨ, ਉਸਨੇ 2 ਹੋਰ ਕਮਾ ਲਈਆਂ। ਪਰ ਜਿਸ ਨੂੰ ਧਨ ਦੀ 1 ਹੀ ਥੈਲੀ ਮਿਲੀ ਸੀ, ਉਹ ਗਿਆ, ਉਸਨੇ ਧਰਤੀ ਵਿੱਚ ਟੋਇਆ ਪੁੱਟ ਕੇ ਆਪਣੇ ਮਾਲਕ ਦਾ ਧਨ ਉਸ ਵਿੱਚ ਦੱਬ ਦਿੱਤਾ। ਕਾਫੀ ਸਮੇਂ ਦੇ ਪਿੱਛੋਂ ਉਹਨਾਂ ਨੌਕਰਾਂ ਦਾ ਮਾਲਕ ਵਾਪਸ ਆਇਆ ਅਤੇ ਉਹਨਾਂ ਤੋਂ ਹਿਸਾਬ ਕਿਤਾਬ ਮੰਗਿਆ। ਉਹ ਨੌਕਰ ਜਿਸ ਨੂੰ ਧਨ ਦੀਆਂ 5 ਥੈਲੀਆਂ ਮਿਲੀਆਂ ਸਨ, ਉਸਨੇ ਆ ਕੇ 5 ਹੋਰ ਥੈਲੀਆਂ ਮਾਲਕ ਨੂੰ ਦਿੱਤੀਆਂ। ਉਸਨੇ ਕਿਹਾ, ਮਾਲਕ, ਤੁਸੀਂ ਤਾਂ ਮੈਨੂੰ 5 ਥੈਲੀਆਂ ਦਿੱਤੀਆਂ ਸਨ, ਪਰ ਦੇਖੋ ਮੈਂ ਇਹਨਾਂ ਨਾਲ 5 ਹੋਰ ਕਮਾਈਆਂ ਹਨ। ਮਾਲਕ ਨੇ ਉਸ ਨੂੰ ਕਿਹਾ, ਸ਼ਾਬਾਸ਼ ਚੰਗੇ ਤੇ ਇਮਾਨਦਾਰ ਨੌਕਰ, ਤੂੰ ਇੱਕ ਛੋਟੇ ਜਿਹੇ ਕੰਮ ਨੂੰ ਕਰਨ ਵਿੱਚ ਇਮਾਨਦਾਰ ਨਿਕਲਿਆ ਹੈ। ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਲ ਹੋ। ਫਿਰ ਉਹ ਨੌਕਰ ਜਿਸ ਨੂੰ ਧਨ ਦੀਆਂ 2 ਥੈਲੀਆਂ ਮਿਲੀਆਂ ਸਨ ਆਇਆ ਅਤੇ ਬੋਲਿਆ, ਮਾਲਕ, ਤੁਸੀਂ ਤਾਂ ਮੈਨੂੰ 2 ਥੈਲੀਆਂ ਦਿੱਤੀਆਂ ਸਨ, ਪਰ ਦੇਖੋ ਮੈਂ 2 ਹੋਰ ਕਮਾਈਆਂ ਹਨ। ਮਾਲਕ ਨੇ ਉਸ ਨੌਕਰ ਨੂੰ ਵੀ ਕਿਹਾ, ਸ਼ਾਬਾਸ਼ ਚੰਗੇ ਅਤੇ ਇਮਾਨਦਾਰ ਨੌਕਰ, ਤੂੰ ਇੱਕ ਛੋਟੇ ਜਿਹੇ ਕੰਮ ਨੂੰ ਕਰਨ ਵਿੱਚ ਇਮਾਨਦਾਰ ਨਿਕਲਿਆ ਹੈ। ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਲ ਹੋ। ਅੰਤ ਵਿੱਚ ਉਹ ਨੌਕਰ ਆਇਆ ਜਿਸ ਨੂੰ ਧਨ ਦੀ 1 ਥੈਲੀ ਮਿਲੀ ਸੀ। ਉਹ ਬੋਲਿਆ, ਮਾਲਕ, ਮੈਂ ਜਾਣਦਾ ਸਾਂ ਕਿ ਤੁਸੀਂ ਕਠੋਰ ਚਿੱਤ ਹੋ। ਤੁਸੀਂ ਉੱਥੇ ਵੱਢਦੇ ਹੋ ਜਿੱਥੇ ਤੁਸੀਂ ਨਹੀਂ ਬੀਜਿਆ ਹੈ, ਤੁਸੀਂ ਉੱਥੋਂ ਇਕੱਠਾ ਕਰਦੇ ਹੋ ਜਿੱਥੇ ਤੁਸੀਂ ਛੱਟਾ ਨਹੀਂ ਦਿੱਤਾ ਹੈ। ਇਸ ਲਈ ਮੈਂ ਡਰਿਆ ਅਤੇ ਜਾ ਕੇ ਤੁਹਾਡਾ ਧਨ ਧਰਤੀ ਵਿੱਚ ਲੁਕਾ ਦਿੱਤਾ। ਸੋ ਇਹ ਜੋ ਤੁਹਾਡਾ ਧਨ ਸੀ ਵਾਪਸ ਲੈ ਲਓ। ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਹੇ ਭੈੜੇ ਅਤੇ ਸੁਸਤ ਨੌਕਰ, ਤੂੰ ਇਹ ਜਾਣਦਾ ਸਾਂ ਕਿ ਮੈਂ ਉੱਥੋਂ ਵੱਢਦਾ ਹਾਂ ਜਿੱਥੇ ਮੈਂ ਨਹੀਂ ਬੀਜਿਆ ਅਤੇ ਉੱਥੋਂ ਫਸਲ ਇਕੱਠੀ ਕਰਦਾ ਜਿੱਥੇ ਮੈਂ ਛੱਟਾ ਨਹੀਂ ਦਿੱਤਾ। ਇਸ ਲਈ ਤੈਨੂੰ ਚਾਹੀਦਾ ਸੀ ਕਿ ਮੇਰਾ ਧਨ ਤੂੰ ਬੈਂਕ ਵਿੱਚ ਰੱਖਦਾ, ਮੈਂ ਉੱਥੋਂ ਇਸ ਨੂੰ ਵਿਆਜ ਸਮੇਤ ਵਾਪਸ ਲੈਂਦਾ।
ਇਸ ਕੋਲੋਂ ਇਹ ਧਨ ਦੀ ਥੈਲੀ ਲੈ ਲਓ ਅਤੇ ਜਿਸ ਕੋਲ 10 ਹਨ ਉਸ ਨੂੰ ਦੇ ਦਿਓ, ਜਿਸ ਦੇ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਕਿ ਉਸ ਕੋਲ ਬਹੁਤ ਹੋ ਜਾਵੇ, ਪਰ ਜਿਸ ਕੋਲ ਨਹੀਂ ਹੈ ਉਸ ਕੋਲੋਂ ਉਹ ਥੋੜਾ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ। ਹਾਂ, ਇਸ ਨਿਕੰਮੇ ਨੌਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ ਜਿੱਥੇ ਰੋਣਾ ਅਤੇ ਦੰਦਾਂ ਦਾ ਪੀੜਾ ਹੋਵੇਗਾ। ਜਿਸ ਕੋਲੇ ਹੈ ਉਹਨੂੰ ਹੋਰ ਦਿੱਤਾ ਜਾਵੇਗਾ। ਉਹਦੇ ਕੋਲੇ ਕਿਉਂ ਹੈ? ਉਹਦੇ ਕੋਲੇ ਤਾਂ ਹੈ ਕਿਉਂਕਿ ਉਹ ਜੋ ਸੀ ਉਹਦੇ ਕੋਲੇ ਉਹ ਬਣਦਾ ਫਿਰਦਾ, ਉਹਨੂੰ ਸੇਵਾ ਦੇ ਵਿੱਚ ਲਾਇਆ ਹੋਇਆ, ਉਹਨੂੰ ਐਕਸ਼ਨ ਚ ਲਾਇਆ ਹੋਇਆ, ਤੇ ਉਹ ਜੋ ਉਹਦੇ ਕੋਲੇ ਸੀ ਉਹ ਵੱਧ ਕੇ ਮਲਟੀਪਲਾਈ ਹੋ ਗਿਆ। ਜੇ 5 ਦਾਤਾਂ ਰੱਬ ਨੇ ਦਿੱਤੀਆਂ ਸੀਗੀਆਂ ਤੇ ਉਹ 10 ਹੋ ਗਈਆਂ, ਤੇ ਹੁਣ ਪਰਮੇਸ਼ਰ ਦੇ ਇਹਦਾ ਵੀ 10 ਹੋ ਗਈਆਂ, ਪਰਮੇਸ਼ਰ ਹੁਣ ਹੋਰ ਦੇ ਰਿਹਾ ਆ। ਤਾਂ ਕਰਕੇ ਜਿਹਦੇ ਕੋਲ ਹੈ, ਕਿਉਂਕਿ ਉਹ ਬਣਦੇ ਫਿਰਦੇ ਨੇ, ਜੋ ਹੈ ਉਹਨੂੰ ਹੋਰ ਦਿੱਤਾ ਜਾਵੇਗਾ ਤੇ ਉਹ ਵੀ ਉਹ ਲਾਵੇਗਾ। ਜਿੰਨਾ ਜ਼ਿਆਦਾ ਬੀ ਬੀਜੇਗਾ ਉਹਨੂੰ ਹੋਰ ਵੀ ਬੀ ਬੀਜਣ ਨੂੰ ਦਿੱਤੇ ਗਏ ਨੇ ਤੇ ਉਹ ਹੋਰ ਮਲਟੀਪਲਾਈ ਹੋ ਰਿਹਾ ਹਰ ਪਾਸੇ, ਕੱਲੇ ਫਾਈਨੈਂਸ਼ੀਅਲੀ ਤੌਰ ਤੇ ਨਹੀਂ ਬਲਕਿ ਪ੍ਰਭੂ ਦੀ ਸੇਵਾ ਦੇ ਵਿੱਚ ਵੀ। ਲੇਕਿਨ ਜਿਹਦੇ ਕੋਲ ਹੈ ਨਹੀਂ, ਕਿਉਂ ਹੈ ਨਹੀਂ ਉਹਦੇ ਕੋਲ ਬਈ? ਉਹ ਤਾਂ ਹੈ ਨਹੀਂ ਕਿਉਂਕਿ ਉਹਨੂੰ ਜੋ ਦਿੱਤਾ ਗਿਆ ਸੀ ਇੱਕ, ਉਹਨੇ ਇਸਤੇਮਾਲ ਨਹੀਂ ਕੀਤਾ, ਉਹਨੇ ਬੀਜਿਆ ਨਹੀਂ। ਕਿਸੇ ਨੂੰ ਪ੍ਰੇਅਰ ਕਰਨ ਦੀ ਦਾਤ ਹੈ, ਕਿਸੇ ਨੂੰ ਇੰਟਰਸੈਸ਼ਨ ਦੀ ਦਾਤ ਹੈ, ਕਿਸੇ ਨੂੰ ਗਾਣ ਦੀ ਦਾਤ ਹੈ, ਕਿਸੇ ਨੂੰ ਪਰਮੇਸ਼ਰ ਦਾ ਕਲਾਮ ਪੜ੍ਹਨ ਦੀ ਦਾਤ ਹੈ, ਕਿਸੇ ਨੂੰ ਵਜਾਉਣ ਦੀ ਦਾਤ ਹੈ, ਇੰਸਟਰੂਮੈਂਟ ਵਜਾਉਣ ਦੀ ਦਾਤ ਹੈ। ਲੇਕਿਨ ਉਹ ਜੋ ਹੈ ਉਹਨਾਂ ਕੋਲੇ ਉਹ ਮਿੱਟੀ ਵਿੱਚ ਦਬ ਦਿੰਦੇ ਨੇ, ਤੇ ਉਹ ਜੋ ਸੀ ਉਹ ਵੀ ਗਿਆ ਹੱਥੋਂ। ਮਿੱਟੀ ਵਿੱਚ ਦਬਣਾ ਮਤਲਬ ਕੀ ਆ? ਮਿੱਟੀ ਵਿੱਚ ਦਬਣਾ ਐਸ਼ ਸਰੀਰਿਕ ਕਾਮਨਾਵਾਂ 'ਚ ਦਬ ਦੇਣਾ। ਸਰੀਰ ਮਿੱਟੀ 'ਚੋਂ ਨਿਕਲਿਆ, ਸਰੀਰਿਕ ਕਾਮਨਾਵਾਂ 'ਚ ਦਬ ਦਿੱਤਾ ਜਾਂਦਾ ਹੈ। ਅੱਗੇ ਜਾ ਕੇ ਪ੍ਰਭੂ ਝਿੜਕਦਾ ਆ ਐਸ ਨੌਕਰ ਨੂੰ ਜਿਹਨੇ ਜ਼ਿੰਮੇਵਾਰ ਨਹੀਂ ਹੋਇਆ। ਉਹ ਨੌਕਰ ਜਿਹੜੀਆਂ ਦਾਤਾਂ ਦਿੱਤੀਆਂ ਗਈਆਂ ਸੀ ਜ਼ਿੰਮੇਵਾਰੀ ਨਹੀਂ ਨਿਭਾਈ। ਪ੍ਰਭੂ ਨੇ ਡਾਂਟਿਆ ਉਸ ਨੌਕਰ ਨੂੰ, ਆਖਿਆ ਵੀ ਤੇਰੇ ਸੁਸਤੀ ਦੇ ਕਾਰਨ ਉਹ ਸੁਸਤ ਤੇ ਨਲਾਇਕ ਨੌਕਰ ਖੋਲੋ ਇਹ ਤੋਂ ਜੋ ਵੀ ਹੈ ਇਹਦੇ ਕੋਲੇ ਸੁਸਤ। ਪਰਿਵਾਰ ਨਹੀਂ ਬਚਾਏ ਜਾ ਰਹੇ ਆਪਣੀ ਸੁਸਤੀ ਕਰਕੇ, ਪਰੇ ਚਾਪਾ ਕੇ ਨਹੀਂ ਵੱਧ ਰਹੇ ਆਪਣੀ ਸੁਸਤੀ ਕਰਕੇ, ਬਿਮਾਰੀਆਂ ਚੋਂ ਨਹੀਂ ਨਿਕਲ ਰਹੇ ਸੁਸਤੀ ਕਰਕੇ, ਐਡਿਕਸ਼ਨ ਚੋਂ ਨਹੀਂ ਨਿਕਲ ਰਹੇ ਸੁਸਤੀ ਕਰਕੇ। ਕਿਉਂ? ਕਿਉਂਕਿ ਸਰੀਰਿਕ ਕਾਮਨਾਵਾਂ ਖੜ ਜਾਂਦੀਆਂ ਨੇ ਤਾਂ ਕਿ ਤੁਸੀਂ ਪ੍ਰਭੂ ਦੇ ਵਿੱਚ ਨਾ ਵੱਧ ਸਕੋ। ਲੇਕਿਨ ਪਰਮੇਸ਼ਰ ਦਾ ਵਚਨ ਆਪਾਂ ਨੂੰ ਤਾੜ ਰਿਹਾ ਆ, ਪਰਮੇਸ਼ਰ ਦਾ ਵਚਨ ਆਪਾਂ ਨੂੰ ਇਨਕਰੇਜ ਕਰ ਰਿਹਾ ਆ। ਪ੍ਰਭੂ ਦਾ ਵਚਨ ਕਹਿੰਦਾ ਕਿ ਸੁਸਤੀ ਨੂੰ ਪਾਸੇ ਛੱਡੀਏ ਤੇ ਆਓ ਵਚਨ ਨੂੰ ਫੜ ਲਈਏ, ਆਓ ਪ੍ਰੇਅਰ ਨੂੰ ਫੜ ਲਈਏ, ਆਓ ਫੈਲੋਸ਼ਿਪ ਨੂੰ ਫੜ ਲਈਏ ਤੇ ਪ੍ਰਭੂ ਦੇ ਵਿੱਚ ਵਧੀਏ, ਅੱਗੇ ਪਰਮੇਸ਼ਰ ਦੇ ਵਿੱਚ ਵਧੀਏ, ਰੂਹ ਦੇ ਵਿੱਚ ਵਧੀਏ। ਲਗਾਤਾਰ ਆਪਣੀਆਂ ਸੋਚਾਂ ਦੇ ਵਿੱਚ ਸਿਰਫ ਪਰਮੇਸ਼ਰ ਦਾ ਵਚਨ ਹੀ ਆਣ ਦਈਏ, ਹੋਰ ਇੱਧਰ ਦੀ ਉੱਧਰ ਦੀ ਕੋਈ ਚੀਜ਼ ਆਣ ਨਾ ਦਈਏ, ਕੋਈ ਡਿਸਕਰੇਜਮੈਂਟ ਨਾ ਆਣ ਦਈਏ, ਇੱਧਰ ਦੀ ਉੱਧਰ ਦੀਆਂ ਗੱਲਾਂ ਨਾ ਆਣ ਦਈਏ। ਆਪਣੀਆਂ ਸੋਚਾਂ ਦੇ ਵਿੱਚ, ਆਪਣੇ ਮੂੰਹ ਦੇ ਵਿੱਚ ਕੋਈ ਇੱਦਾਂ ਦੀ ਗੱਲ ਨਾ ਨਿਕਲੇ। ਪ੍ਰਭੂ ਤੇ ਫਿਰ ਤੁਸੀਂ ਤਰੱਕੀ ਕਰੋਗੇ, ਤੁਹਾਡਾ ਘਰ ਤਰੱਕੀ ਕਰੇਗਾ, ਤੁਹਾਡਾ ਪਰਿਵਾਰ ਤਰੱਕੀ ਕਰੇਗਾ ਤੇ ਤੁਸੀਂ ਵਧੋਗੇ ਰੂਹ ਦੇ ਵਿੱਚ ਪਰਮੇਸ਼ਰ ਦੇ ਅੱਗੇ। ਆਮੇਨ। ਆਓ ਦੇਖਾਂਗੇ ਇੱਕ ਹੋਰ ਵਚਨ ਇਹਦੇ ਨਾਲ ਹੀ ਪ੍ਰਭੂ ਦੇ ਬਣੋ ਆਪਾਂ। Ephesians chapter 1 ਦੇਖਾਂਗੇ, verse 22 and 23 ਪੜਾਂਗੇ ਆਪਾਂ। ਐਫਸੀਆਂ ਦਾ ਪਹਿਲਾ ਚੈਪਟਰ, ਉਹਦਾ 22ਵਾਂ ਤੇ 23ਵਾਂ ਵਚਨ ਪੜਾਂਗੇ। ਯਾਦ ਰੱਖੋ ਕਿ ਪਰਮੇਸ਼ਰ ਨੇ ਆਪਾਂ ਨੂੰ ਇੱਕ ਮਦਦਗਾਰ ਦਿੱਤਾ ਆ। ਮਦਦਗਾਰ ਦਾ ਮਤਲਬ ਆ ਉਹ ਮਦਦ ਕਰਦਾ ਆ ਜਦੋਂ ਆਪਾਂ ਕੁਝ ਕਰਦੇ ਹਾਂ ਪ੍ਰਭੂ ਦੇ ਲਈ। ਹੁਣ ਜੇ ਆਪਾਂ ਪ੍ਰਭੂ ਦੇ ਲਈ ਕੁਝ ਕਰਨਾ ਹੀ ਨਹੀਂ, ਉਹ ਕੀ ਮਦਦ ਕਰੂ? ਜੇ ਪਰਮੇਸ਼ਰ ਲਈ ਆਪਾਂ ਕੁਝ ਕਰਨਾ ਨਹੀਂ, ਪਰਮੇਸ਼ਰ ਲਈ ਕਿਸੇ ਨੂੰ ਵਚਨ ਦੱਸਿਆ ਹੀ ਨਹੀਂ, ਪਰਮੇਸ਼ਰ ਲਈ ਕੋਈ ਦੁਆ ਕੀਤੀ ਨਹੀਂ, ਪਰਮੇਸ਼ਰ ਦਾ ਵਚਨ ਪੜ੍ਹਿਆ ਹੀ ਨਹੀਂ, ਪਵਿੱਤਰ ਆਤਮਾ ਕੀ ਮਦਦ ਕਰੂ? ਉਹ ਤਾਂ ਮਦਦਗਾਰ ਆ ਤਾਂ ਕਿ ਜਦੋਂ ਆਪਾਂ ਵਚਨ ਪੜ੍ਹੀਏ ਆਪਾਂ ਉਹਨੂੰ ਸਮਝ ਸਕੀਏ ਉਹ ਮਦਦ ਕਰਦਾ ਹੈ। ਪ੍ਰੇ ਕਰਾਂਗੇ ਆਪਣੀ ਮਦਦ ਕਰਦਾ ਤਾਂ ਕਿ ਪ੍ਰੇ ਆਪਣੀ ਪੂਰੀ ਹੋ ਸਕੇ। ਲੋਕਾਂ ਤੱਕ ਵਚਨ ਪਹੁੰਚਾਈਏ ਤਾਂ ਕਿ ਪਰਮੇਸ਼ਰ ਦਾ ਪਾਕ ਨੂੰ ਸਾਡੀ ਮਦਦ ਕਰੇ, ਲੋਕਾਂ ਤੱਕ ਵਚਨ ਪਹੁੰਚ ਸਕੇ। ਲੇਕਿਨ ਜਦੋਂ ਆਪਾਂ ਆਲਸੀਪਨ ਨੂੰ, ਸੁਸਤੀ ਨੂੰ ਥਾਂ ਦੇ ਦਿੰਦੇ ਆ, ਵਚਨ ਛੱਡ ਦਿੰਦੇ ਆ, ਚਰਚ ਜਾਣਾ ਛੱਡ ਦਿੰਦੇ ਆ, ਬਾਈਬਲ ਪੜ੍ਹਨੀ ਛੱਡ ਦਿੰਦੇ ਆ, ਫਾਈਨੈਂਸ ਦੇ ਵਿੱਚ ਫੇਥਫੁਲ ਨਹੀਂ ਹੁੰਦੇ, ਤਾਂ ਫਿਰ ਕਹਿੰਦੇ ਆ ਪ੍ਰਭੂ ਸਾਡੀ ਮਦਦ ਕਰ। ਲੇਕਿਨ ਮੈਂ ਮਦਦ ਕਰਨਾ ਚਾਹੁੰਦਾ, ਕਿਹਦੇ 'ਚ ਮਦਦ ਕਰਾਂ? ਕਿਹੜੀ ਚੀਜ਼ 'ਚ ਮਦਦ ਕਰਾਂ? ਕਿਸੇ ਚੀਜ਼ 'ਚ ਮਦਦ ਕਰਾਂਗਾ ਤਾਂ ਹੀ ਕਰਾਂਗਾ ਜੇ ਕੁਝ ਕਰੇਗਾ ਤਾਂ, ਲੇਕਿਨ ਜੋ ਕਰਨਾ ਹੀ ਨਹੀਂ ਤਾਂ ਫਿਰ ਮਦਦ ਕੀ ਕਰੂਗਾ ਪਰਮੇਸ਼ਰ? ਸੋ ਪਰਮੇਸ਼ਰ ਆਪਾਂ ਨੂੰ ਰਿਸਪੌਂਸਿਬਲ ਠਹਿਰਾਵੇਗਾ, ਜ਼ਿੰਮੇਵਾਰ ਠਹਿਰਾਏਗਾ ਇਸ ਸਿਚੁਏਸ਼ਨ ਦੇ। ਆਮੇਨ। ਪ੍ਰਭੂ ਬਨੋ, ਐਸੀ ਨੌਬਤ ਆਵੇ ਹੀ ਨਾ ਆਪਣੇ ਉੱਤੇ। ਆਓ ਸੁਚੇ ਨੂੰ ਪਾਸੇ ਕਰੀਏ,
आओ अपनी गोडियां भरने आइए, आओ परमेश्वर ਦੇ ਅੱਗੇ ਲਗਾਤਾਰ ਪ੍ਰਾਰਥਨਾ ਕਰੀਏ, ਪਰਮੇਸ਼ਰ ਦਾ ਵਚਨ ਲਗਾਤਾਰ ਪੜ੍ਹੀਏ ਜਾਂ ਸੁਣੀਏ, ਆਪਣੇ ਮਨ ਦੇ ਵਿੱਚ ਆਪਣੀਆਂ ਸੋਚਾਂ 'ਚ ਪਰਮੇਸ਼ਰ ਦਾ ਵਚਨ ਲਗਾਤਾਰ ਚੱਲਣ ਦੇਈਏ, ਇੱਧਰ ਦੀ ਉੱਧਰ ਦੀ ਸੋਚ ਨੂੰ ਆਉਣ ਨਾ ਦੇਈਏ। ਆਪਣੇ ਮੂੰਹ 'ਚੋਂ ਹਰ ਇੱਕ ਸ਼ਬਦ ਜਿਹੜਾ ਨਿਕਲੇ ਵਚਨ ਮੁਤਾਬਿਕ ਹੋਵੇ, ਆਪਣੇ ਮੂੰਹ ਦੇ ਵਿੱਚੋਂ ਹਰ ਇੱਕ ਸ਼ਬਦ ਨਿਕਲੇ ਉਹਦੇ ਉੱਤੇ ਆਪਾਂ ਐਕਸ਼ਨ ਜਿਹੜਾ ਕਰੀਏ ਵਚਨ ਮੁਤਾਬਿਕ ਹੋਵੇ, ਆਪਣਾ ਰਵੱਈਆ ਪਰਮੇਸ਼ਰ ਦੇ ਵਚਨ ਮੁਤਾਬਿਕ ਹੋਵੇ, ਤਾਂ ਕਿ ਆਪਾਂ ਆਪਣਾ ਘਰਾਣਾ ਬਚਾ ਸਕੀਏ ਤੇ ਪਰਮੇਸ਼ਰ ਨੂੰ ਮਹਿਮਾ ਜਲਾਲ ਦੇ ਸਕੀਏ। ਉਹ ਸਾਰੀਆਂ ਦਾਤਾਂ ਜੋ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਨੇ, ਟਰਸਟ ਕੀਤੀਆਂ ਨੇ, ਉਹ ਉਹਦੇ ਉੱਤੇ ਪੂਰੇ ਤਰ੍ਹਾਂ ਦੇ ਨਾਲ ਉਤਰ ਸਕੀਏ। ਮੈਂ ਪੜਾਂਗੇ ਪ੍ਰਭੂ ਦੇ ਵਚਨ ਚੋਂ ਐਫੀਸ਼ੀਅਨ ਚੈਪਟਰ 1 ਵਰਸ 20 to 23। ਜੀ ਹਾਂ, ਪੰਜਾਬੀ ਚ। ਪਰਮੇਸ਼ਰ ਨੇ ਉਸਦੇ ਪੈਰਾਂ ਹੇਠ ਸਭ ਚੀਜ਼ਾਂ ਕਰ ਦਿੱਤੀਆਂ ਹਨ ਅਤੇ ਵਿਸ਼ਵਾਸ ਸੰਗਤ ਨੂੰ ਸਰਤਾਜ ਦੇ ਰੂਪ ਵਿੱਚ ਉਸ ਨੂੰ ਦਿੱਤਾ ਹੈ। ਵਿਸ਼ਵਾਸ ਸੰਗਤ ਉਸ ਦਾ ਸਰੀਰ ਹੈ, ਉਹੀ ਉਸ ਨੂੰ ਪੂਰਨ ਕਰਦਾ ਹੈ ਜੋ ਸਭ ਦਾ ਪੂਰਨ ਕਰਤਾ ਹੈ। ਵਿਸ਼ਵਾਸ ਸੰਗਤ ਉਹਨੂੰ ਪੂਰਨ ਕਰਦਾ ਹੈ, ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਤਾਂ ਆਪਣਾ ਸਿਰ ਨੇ, ਲੇਕਿਨ ਕੰਮ ਸਾਰਾ ਕੀ ਨਹੀਂ ਕਰਨਾ ਇੱਥੇ ਧਰਤੀ ਤੇ। ਪ੍ਰਭੂ ਯਿਸੂ ਨੇ ਜੋ ਕਰਨਾ ਸੀ ਸਲੀਬ ਤੇ ਕਰ ਦਿੱਤਾ ਹੈ, ਬਹੁਤ ਵੱਡੀ ਬਰਕਤ ਸਾਰੀ ਦੁਨੀਆ ਵਾਸਤੇ। ਲੇਕਿਨ ਇਹ ਧਰਤੀ ਤੇ ਹੁਣ ਕੰਮ ਕੀ ਨਹੀਂ ਕਰਨਾ ਹੈ। ਪ੍ਰਭੂ ਜੀ ਤੁਸੀਂ ਕੰਮ ਕਰੋ, ਮੈਂ ਰੈਸਟ ਕਰਦਾ, ਨਹੀਂ। ਪ੍ਰਭੂ ਨੇ ਸਰੀਰ ਥਾਈਂ ਦੀ ਕੰਮ ਕਰਨਾ ਹੈ, ਪ੍ਰਭੂ ਨੇ ਆਪਣੇ ਥਾਈਂ ਦੀ ਕੰਮ ਕਰਨਾ ਹੈ। ਆਮੇਨ। ਜਦੋਂ ਆਪਾਂ ਸਾਰੇ ਮਿਲ ਕੇ ਪਰਮੇਸ਼ਰ ਦੀ ਮਹਿਮਾ, ਉਹਦਾ ਜਲਾਲ ਗਾਣ ਦੇ ਵਾਸਤੇ ਇਕੱਠੇ ਹੁੰਦੇ ਆ, ਕਲੀਸਿਆ ਦੇ ਵਿੱਚ, ਪਾਰਕਾਂ ਦੇ ਵਿੱਚ ਇਕੱਠੇ ਹੁੰਦੇ ਆ, ਲੋਕਾਂ ਨੂੰ ਟੈਕਸਟ ਕਰਦੇ ਆ, ਲੋਕਾਂ ਨੂੰ ਫੋਨ ਕਰਦੇ ਆ, ਲੋਕਾਂ ਨੂੰ ਸ਼ੇਅਰ ਕਰਦੇ ਆ ਕੁਝ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਪ੍ਰਭੂ ਦੇ ਪਾਸੋਂ ਪਰਮੇਸ਼ਰ ਇਸਤੇਮਾਲ ਕਰਦਾ ਹੈ ਆਪਣੀਆਂ ਜ਼ਿੰਦਗੀਆਂ ਨੂੰ, ਤਾਂ ਕਿ ਦੂਜੇ ਲੋਕਾਂ ਤੱਕ ਪ੍ਰਭੂ ਦਾ ਵਚਨ ਪਹੁੰਚ ਸਕੇ। ਕਰਨਾ ਸਾਰਾ ਕੁਝ ਆਪਾਂ ਹੀ ਆ, ਸਰੀਰ ਨੇ ਕਰਨਾ। ਹੁਣ ਪ੍ਰਭੂ ਚ ਆਏ ਆ, ਆਪਾਂ ਨਿਊ ਬੋਰਨ ਹੋ ਗਏ ਹੈਗੇ ਆ, ਆਪਣੀ ਆਇਡੈਂਟੀਟੀ ਬਦਲ ਗਈ ਹੈਗੀ ਆ, ਆਪਾਂ ਪਰਮੇਸ਼ਰ ਦੇ ਪੁੱਤਰ ਕਹਿਲਾਏ ਗਏ ਆ। ਹੁਣ ਉਸ ਪੁੱਤਰ ਹੋਣ ਦੇ ਨਾਤੇ ਆਪਣੀਆਂ ਕੁਝ ਰਿਸਪੌਂਸਿਬਿਲਟੀਜ਼ ਹੈਗੀਆਂ ਨੇ, ਜ਼ਿੰਮੇਵਾਰੀਆਂ ਹੈਗੀਆਂ ਨੇ ਜਿਹੜੀਆਂ ਨਿਭਾਉਣੀਆਂ ਨੇ, ਕਿਉਂਕਿ ਉਹਦੀ ਜ਼ਿੰਮੇਵਾਰੀ ਇੱਕ ਦਿਨ ਦੇਣੀ ਪਏਗੀ। ਉਹਦਾ ਹਿਸਾਬ ਕਿਤਾਬ, ਉਹਦਾ ਲੇਖਾ ਚੋਖਾ ਰੱਬ ਨੂੰ ਦੇਣਾ ਪਏਗਾ ਇੱਕ ਦਿਨ। ਆਮੇਨ। ਆਓ ਅਗਲੇ ਪੁਆਇੰਟ ਦੇ ਵਿੱਚ ਆਵਾਂਗੇ। ਲਾਸਟ ਪੁਆਇੰਟ ਹੋਏਗਾ ਆਪਣਾ, ਜਿਸ ਤਰ੍ਹਾਂ ਆਪਾਂ ਦੇਖਿਆ ਕਿ ਆਪਣੇ ਘਰ ਵਿੱਚ ਕੁਝ ਰਿਸਪੌਂਸਿਬਿਲਟੀਜ਼ ਹੈਗੀਆਂ ਨੇ, ਜ਼ਿੰਮੇਵਾਰੀਆਂ ਹੈਗੀਆਂ ਨੇ। ਜਿਸ ਤਰ੍ਹਾਂ ਆਪਾਂ ਦੇਖਿਆ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਲ ਕੁਝ ਜ਼ਿੰਮੇਵਾਰੀਆਂ ਹੈਗੀਆਂ ਨੇ। ਜਿਸ ਤਰ੍ਹਾਂ ਆਪਾਂ ਦੇਖਿਆ ਕਿ ਕਲੀਸਿਆ ਦੇ ਵਿੱਚ ਜ਼ਿੰਮੇਵਾਰੀਆਂ ਹੈਗੀਆਂ ਨੇ। ਉਸੇ ਤਰ੍ਹਾਂ ਹੁਣ ਆਪਾਂ ਦੇਖਾਂਗੇ ਆਪਣਾ ਆਖਰੀ ਪੁਆਇੰਟ, ਚੌਥਾ ਪੁਆਇੰਟ ਹੋਏਗਾ ਕਿ ਰੱਬ ਦੇ ਨਾਲ ਵੀ ਆਪਣੀਆਂ ਕੁਝ ਜ਼ਿੰਮੇਵਾਰੀਆਂ ਹੈਗੀਆਂ ਨੇ। ਰੱਬ ਦੇ ਨਾਲ ਜਿਹੜਾ ਆਪਣਾ ਤਾਲੁਕਾਤ ਆ, ਉਹਦੀਆਂ ਵੀ ਕੁਝ ਰਿਸਪੌਂਸਿਬਿਲਟੀਜ਼ ਹੈਗੀਆਂ ਨੇ। ਪਹਿਲਾ ਕੋਰਿੰਥੀਆਂ ਦੇਖਾਂਗੇ, ਉਹਦਾ 10ਵੇਂ ਚੈਪਟਰ ਦਾ 13ਵਾਂ ਵਰਸ ਪੜਾਂਗੇ ਪੰਜਾਬੀ ਦੇ ਵਿੱਚ ਆਪਾਂ। 1 Corinthians chapter 10 verse 13। ਹਾਂਜੀ। ਅਜੇ ਤੱਕ ਤੁਹਾਡੇ ਤੇ ਕੋਈ ਇਹੋ ਜਿਹੀ ਪ੍ਰੀਖਿਆ ਨਹੀਂ ਆਈ ਹੈ ਜੋ ਹੋਰ ਲੋਕਾਂ ਤੇ ਨਾ ਆਈ ਹੋਵੇ। ਪਰਮੇਸ਼ਰ ਭਰੋਸੇਯੋਗ ਹੈ, ਉਹ ਤੁਹਾਨੂੰ ਇਹੋ ਜਿਹੀ ਕਿਸੇ ਪ੍ਰੀਖਿਆ ਵਿੱਚ ਨਹੀਂ ਪੈਣ ਦੇਵੇਗਾ ਜੋ ਤੁਹਾਡੀ ਸ਼ਕਤੀ ਤੋਂ ਬਾਹਰ ਹੋਵੇ। ਸਗੋਂ ਪ੍ਰੀਖਿਆ ਆਉਣ ਤੇ ਉਹ ਤੁਹਾਨੂੰ ਉਸ ਨੂੰ ਸਹਿਣ ਦੀ ਸ਼ਕਤੀ ਵੀ ਦੇਵੇਗਾ ਅਤੇ ਉਸ ਤੋਂ ਬਾਹਰ ਨਿਕਲਣ ਦਾ ਰਾਹ ਵੀ ਦੇਵੇਗਾ। ਉਹਨੂੰ ਸਹਿਣ ਦੀ ਪਹਿਲੇ ਨੰਬਰ ਤੇ ਤਾਂ ਤੁਹਾਡੇ ਤੇ ਕੋਈ ਪ੍ਰੀਖਿਆ ਭੇਜੇਗਾ ਨਹੀਂ, ਜੇ ਉਹਨੂੰ ਪਤਾ ਵੀ ਤੁਸੀਂ ਇਹਨੂੰ ਹੈਂਡਲ ਨਹੀਂ ਕਰ ਸਕਦੇ, ਭੇਜੇਗਾ ਨਹੀਂ। ਲੇਕਿਨ ਜੇ ਭੇਜ ਰਿਹਾ ਕੋਈ ਪ੍ਰੀਖਿਆ, ਕੋਈ ਟੈਸਟ ਭੇਜ ਰਿਹਾ ਆ, ਪਰਮੇਸ਼ਰ ਤੁਹਾਨੂੰ ਸ਼ਕਤੀ ਦੇਵੇਗਾ ਉਹਨੂੰ ਸਹਿਣ ਦੇ ਵਾਸਤੇ। ਫਿਰ ਉਹ ਤੋਂ ਬਾਹਰ ਨਿਕਲਣ ਦਾ ਹੱਲ ਵੀ ਤੁਹਾਨੂੰ ਦੇਵੇਗਾ। ਜਾਨੀ ਕਿ ਭੈਣ ਤੇ ਭਰਾਵੋ, ਜਿਹੜੀ ਪ੍ਰੀਖਿਆ, ਜਿਹੜੀ ਟੈਸਟਿੰਗ ਦੇ ਵਿੱਚ ਤੁਸੀਂ ਗੁਜ਼ਰ ਰਹੇ ਹੋ, ਉਹਦੀਆਂ ਦੋ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦੇ ਹਾਂ। ਪਹਿਲੇ ਨੰਬਰ ਤੇ ਰੱਬ ਤੁਹਾਨੂੰ ਸ਼ਕਤੀ ਦੇਵੇਗਾ ਤਾਂ ਕਿ ਤੁਸੀਂ ਉਹ ਪ੍ਰਤਿਆਵਾ ਸਹਿ ਸਕੋ, ਉਹ ਟੈਸਟ ਨੂੰ ਸਹਿ ਸਕੋ। ਪ੍ਰਾਰਥਨਾ ਵਿੱਚ ਲੱਗੇ ਰਹੋ, ਵਚਨਾਂ ਵਿੱਚ ਲੱਗੇ ਰਹੋ, ਪਰਮੇਸ਼ਰ ਤੋਂ ਕੂਵਤ ਮੰਗੋ, ਪਵਿੱਤਰ ਆਤਮਾ ਦੀ ਮਦਦ ਮੰਗੋ, ਤੁਹਾਨੂੰ ਸ਼ਕਤੀ ਮਿਲੇਗੀ, ਜਿਸ ਸ਼ਕਤੀ ਦੇ ਨਾਲ ਤੁਸੀਂ ਸਹਿ ਸਕੋਗੇ। ਦੂਸਰੇ ਨੰਬਰ ਤੇ ਤੁਹਾਨੂੰ ਹੱਲ ਵੀ ਦੇਵੇਗਾ। ਐ ਨਹੀਂ ਕਿ ਤੁਹਾਨੂੰ ਪ੍ਰੀਖਿਆ 'ਚ ਪਾ ਕੇ ਛੱਡ ਦੇਗਾ, ਨਹੀਂ, ਹੱਲ ਵੀ ਦੇਵੇਗਾ। ਹਰ ਚੀਜ਼ ਦੀ ਐਕਸਪਾਇਰੀ ਡੇਟ ਹੁੰਦੀ ਹੈ। ਟੈਸਟ ਦਾ ਵੀ ਇੱਕ ਟਾਈਮ ਹੁੰਦਾ। ਆਪਣੇ ਇੰਡੀਆ ਦੇ ਵਿੱਚ ਬੜੇ ਬੜੇ ਲੰਬੇ ਲੰਬੇ ਟੈਸਟ ਹੁੰਦੇ ਸੀਗੇ। ਮੈਨੂੰ ਯਾਦ ਆ ਕਿ ਜਦੋਂ ਮੈਟ੍ਰਿਕਸ ਦੇ ਟੈਸਟ ਆਉਂਦੇ ਸੀਗੇ, ਉਹ 3 ਘੰਟੇ ਦੇ ਹੁੰਦੇ ਸੀਗੇ। 3 ਘੰਟੇ ਲਿਖਣਾ। ਵਾਓ, ਥੱਕ ਜਾਂਦਾ ਸੀਗਾ ਬੰਦਾ, ਲੇਕਿਨ 3 ਘੰਟੇ ਤੋਂ ਬਾਅਦ ਉਹ ਖਤਮ ਹੋ ਜਾਂਦਾ ਸੀਗਾ। ਕੋਈ ਟੈਸਟ ਨਹੀਂ ਗਾ ਇਸ ਦੁਨੀਆ ਤੇ ਜਿਹਦੀ ਐਕਸਪਾਇਰੀ ਡੇਟ ਨਾ ਹੋਵੇ। ਹਰ ਇੱਕ ਟੈਸਟ ਦੀ ਐਕਸਪਾਇਰੀ ਡੇਟ ਆ। ਜਿੰਨਾ ਵੀ ਤੁਸੀਂ ਟੈਸਟ ਵਿੱਚੋਂ ਨਿਕਲ ਕੇ ਜਾ ਰਹੇ ਹੋ, ਇੱਕ ਦਿਨ ਆਏਗਾ ਪਰਮੇਸ਼ਰ ਤੁਹਾਨੂੰ ਰਾਹ ਦਿਖਾਵੇਗਾ, ਤੁਹਾਨੂੰ ਐਗਜ਼ਿਟ ਦਿਖਾਵੇਗਾ ਤੇ ਤੁਹਾਨੂੰ ਜਿੱਤ ਦੇਵੇਗਾ ਉਸ ਟੈਸਟ ਦੇ ਉੱਤੇ। ਬਸ ਪ੍ਰਭੂ ਨੂੰ ਫੜ ਲਓ, ਉਹਦੇ ਵਿੱਚ ਵੱਧ ਜਾਓ, ਉਹਦੇ ਵਿੱਚ ਲੱਗੇ ਰਹੋ। ਪਰਮੇਸ਼ਰ ਦਾ ਇਹ ਵਾਅਦਾ ਆ ਕਿ ਮੈਂ ਤੈਨੂੰ ਪਾਰ ਲਵਾਵਾਂਗਾ। ਦੇਖਾਂਗੇ ਪਹਿਲਾ ਸਮੂਏਲ 15ਵਾਂ ਚੈਪਟਰ ਦੇਖਾਂਗੇ ਪੁਰਾਣੇ ਨਿਯਮ ਦੇ ਵਿੱਚੋਂ। 1 Samuel chapter 15 ਉਹਦਾ 20ਵਾਂ 21ਵਾਂ ਤੇ 22ਵਾਂ 3 ਵਰਸ ਪੜਾਂਗੇ। ਜ਼ਬਰਦਸਤ ਗੱਲ ਲਿਖੀ ਹੋਈ ਆ। ਪਹਿਲਾ ਸਮੂਏਲ 15ਵਾਂ ਚੈਪਟਰ ਉਹਦਾ 20 ਤੋਂ ਲੈ ਕੇ 22ਵੇਂ ਵਰਸ ਤੱਕ ਪੰਜਾਬੀ ਚ। ਹਾਂਜੀ।
ਸਾਊਲ ਨੇ ਉੱਤਰ ਦਿੱਤਾ, ਮੈਂ ਤਾਂ ਪ੍ਰਭੂ ਦੀ ਆਗਿਆ ਮੰਨੀ ਹੈ। ਮੈਂ ਉਸ ਦੀ ਆਗਿਆ ਅਨੁਸਾਰ ਗਿਆ ਅਤੇ ਅਮਾਲੀਕੀਆਂ ਨੂੰ ਹਰਾ ਕੇ ਉਹਨਾਂ ਨੂੰ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਰਾਜਾ ਅਗਾਗ ਨੂੰ ਖਤਮ ਕਰ ਦਿੱਤਾ। ਪਰ ਮੇਰੇ ਆਦਮੀਆਂ ਨੇ ਚੰਗੀਆਂ ਭੇਡਾਂ ਤੇ ਬਲਦ ਬਚਾ ਲਏ ਕਿ ਉਹ ਇੱਥੇ ਗਿਲਗਾਲ ਵਿੱਚ ਲਿਆ ਕੇ ਪ੍ਰਭੂ ਤੇਰੇ ਪਰਮੇਸ਼ਰ ਦੇ ਸਾਹਮਣੇ ਬਲੀ ਚੜਾਉਣ। ਸਮੂਏਲ ਨੇ ਉਸ ਨੂੰ ਕਿਹਾ ਕਿ ਪ੍ਰਭੂ ਆਪਣੀ ਆਗਿਆ ਮੰਨੇ ਜਾਣ ਦੀ ਥਾਂ ਭੇਡਾਂ ਤੇ ਬਲੀਆਂ ਤੋਂ ਖੁਸ਼ ਹੁੰਦਾ ਹੈ। ਹਾਂ, ਉਸ ਦੀ ਆਗਿਆ ਮੰਨਣਾ ਬਲੀਆਂ ਤੋਂ ਕਿਤੇ ਚੰਗਾ ਹੈ ਅਤੇ ਛਤਰਿਆਂ ਦੀ ਚਰਬੀ ਨਾਲੋਂ ਉਸ ਦਾ ਸੁਣਨਾ ਚੰਗਾ ਹੈ। ਪ੍ਰਭੂ ਦੀ ਅਵਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ ਅਤੇ ਜਿੱਦੀਪੁਣਾ ਤੇ ਵਿਚਾਰ ਮੂਰਤੀ ਪੂਜਾ ਦੇ ਬਰਾਬਰ ਹੈ। ਤੂੰ ਪ੍ਰਭੂ ਦੇ ਵਚਨ ਨੂੰ ਰੱਦਿਆ ਹੈ, ਇਸ ਲਈ ਉਹ ਵੀ ਤੇਰਾ ਰਾਜਾ ਹੋਣਾ ਰੱਦਦਾ ਹੈ। ਜ਼ਿੱਦੀਪੁਣਾ ਰੱਬ ਪਸੰਦ ਨਹੀਂ ਕਰਦਾ। ਉਹ ਜਿਹੜਾ ਡੋਂਕੀ ਹੁੰਦਾ ਹੈ ਨਾ, ਅੰਗਰੇਜ਼ੀ 'ਚ ਤਾਂ ਚੰਗਾ ਲੱਗਦਾ ਹੈ, ਪੰਜਾਬੀ 'ਚ ਗਧਾ। ਜਿਹੜਾ ਗਧਾ ਹੁੰਦਾ ਉਹਦੇ ਵਿੱਚ ਜ਼ਿੱਦੀਪੁਣਾ ਬਹੁਤ ਹੁੰਦਾ। ਉਹ ਅੜ ਜਾਂਦਾ ਨਾ ਜਦੋਂ ਫਿਰ ਉਹ ਬੈਕ ਗੇਅਰ ਲਾ ਲੈਂਦਾ, ਮੂਹਰ ਨੂੰ ਨਹੀਂ ਤੁਰਦਾ। ਬਹੁਤ ਦਫਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹ ਗਧਾ ਮੈਨੀਫੈਸਟ ਹੋ ਜਾਂਦਾ ਆ, ਜਾਣੀ ਕਿ ਜ਼ਿੱਦੀਪੁਣਾ ਮੈਨੀਫੈਸਟ ਹੋ ਜਾਂਦਾ ਆ। ਪਰਮੇਸ਼ਰ ਇਹਨੂੰ ਪਸੰਦ ਨਹੀਂ ਕਰਦਾ। ਇਹ ਜਿਹੜਾ ਸਾਊਲ ਰਾਜਾ ਸੀਗਾ, ਪਰਮੇਸ਼ਰ ਨੇ ਇਹਨੂੰ ਕਲੀਅਰਲੀ ਕਿਹਾ ਸੀਗਾ ਤੂੰ ਮੇਕ ਸ਼ੋਰ ਕਰਨਾ ਹੈ ਕਿ ਦੁਸ਼ਮਣਾਂ ਦੇ ਵਿੱਚੋਂ ਕੁਝ ਲੈ ਕੇ ਨਹੀਂ ਆਣਾ। ਲੇਕਿਨ ਉਹਨੇ ਇਹ ਗੱਲ ਤੇ ਬੜਾ ਧਿਆਨ ਨਹੀਂ ਦਿੱਤਾ ਤੇ ਉਹਦੇ ਨਾਲ ਦੇ ਲੋਕਾਂ ਨੇ ਜਾਂ ਲੀਡਰਸ ਨੇ ਉਹਨਾਂ ਦੀਆਂ ਭੇਡਾਂ ਭੂਡਾਂ ਜਿਹੜੀਆਂ ਖਾਸੀਆਂ ਜਾਨਵਰ ਸੀਗੇ ਉਹ ਲੈ ਵੀ ਚਲੋ ਆ ਕੇ ਅਸੀਂ ਰੱਬ ਨੂੰ ਸੈਕਰੀਫਾਈਸ ਦੇਵਾਂਗੇ, ਬਲੀ ਚੜਾਵਾਂਗੇ ਪਰਮੇਸ਼ਰ ਨੂੰ। ਉਹ ਜਿਹੜਾ ਰਾਜਾ ਸੀਗਾ ਉਹ ਖੁਸ਼ ਕਰਨਾ ਚਾਹੁੰਦਾ ਸੀ ਕਿ ਦੇਖੋ ਵਾਓ ਵੀ ਰਾਜੇ ਨੇ ਕਿੰਨੀਆਂ ਬਲੀਆਂ ਚੜੀਆਂ ਹੈਗੀਆਂ ਨੇ, ਕਿੰਨੀਆਂ ਬਲੀਆਂ ਚੜਾਈਆਂ ਹੈਗੀਆਂ ਨੇ ਰੱਬ ਦੇ ਸਾਹਮਣੇ। ਸ਼ਾਇਦ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ ਕਿ ਲੋਕ ਦੇਖਣ ਕਹਿਣੇ ਵਾਓ ਜ਼ਬਰਦਸਤ ਵੀ ਸਾਊਲ ਨੇ ਤੇ ਕਮਾਲ ਕਰ ਦਿੱਤੀ, ਇੰਨੀਆਂ ਬਲੀਆਂ ਚੜੀਆਂ ਹੈਗੀਆਂ ਨੇ। ਲੇਕਿਨ ਉਹ ਸਾਰੀਆਂ ਬਲੀਆਂ ਲਿਆਂਦੀਆਂ ਕਿੱਥੋਂ ਸੀਗੀਆਂ? ਦੁਸ਼ਮਣਾਂ ਤੋਂ ਲੁੱਟ ਕੇ। ਤੇ ਸਮੂਏਲ ਨੇ ਆਖਿਆ ਪਰਮੇਸ਼ਰ ਬਲੀਆਂ ਨੂੰ ਨਹੀਂ ਭਾਲਦਾ, ਪਰਮੇਸ਼ਰ ਆਗਿਆਕਾਰੀ ਭਾਲਦਾ ਆ। ਕਈ ਵਾਰ ਭੈਣਾਂ ਜਾਂ ਭਰਾ ਕਹਿ ਲੈਂਦੇ ਹੈਗੇ ਨੇ ਫਾਸਟ ਰੱਖਦੇ ਆ 1 ਦਿਨ ਦਾ, ਵਰਤ ਰੱਖਦੇ ਆ 2 ਦਿਨ ਦਾ, ਵਰਤ ਰੱਖਦੇ ਆ 3 ਦਿਨ ਦਾ, ਅੱਜ ਮੈਂ ਸਾਰੀ ਰਾਤ ਪ੍ਰੇਅਰ ਕਰਨੀ ਆ, ਅੱਜ ਮੈਂ ਆਹ ਕਰਨਾ, ਅੱਜ ਮੈਂ 20% ਦੇਣਾ ਹੈ ਰੱਬ ਨੂੰ, 10ਵਾਂ ਨਹੀਂ 20% ਦੇਣਾ ਹੈ ਰੱਬ ਨੂੰ। ਲੇਕਿਨ ਪ੍ਰਭੂ ਦਾ ਵਚਨ ਆਪਾਂ ਨੂੰ ਦੱਸਦਾ ਆ ਆਗਿਆਕਾਰੀ ਹੋਈਏ ਪ੍ਰਭੂ ਦੇ ਅੱਗੇ। ਸਿਰਫ ਬਲੀਆਂ ਤੇ ਫੋਕਸ ਨਾ ਕਰੀਏ ਕਿ ਅਸੀਂ ਪਰਮੇਸ਼ਰ ਨੂੰ ਖੁਸ਼ ਕਰਾਂਗੇ ਆਹ ਕਰਕੇ ਜਾਂ ਉਹ ਕਰਕੇ। ਆਪਾਂ ਆਪਣੀ ਜ਼ਿੰਦਗੀ 'ਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲਗਾਤਾਰ ਉਸ ਪ੍ਰਭੂ ਦੇ ਚਰਨਾਂ 'ਚ ਬੈਠੀਏ, ਪਰਮੇਸ਼ਰ ਦਾ ਵਚਨ ਪੜ੍ਹੀਏ, ਉਹਦੇ ਨਾਲ ਸੰਗਤੀ 'ਚ ਲੱਗੇ ਰਹੀਏ ਤੇ 10ਵੇਂ ਦੇ ਵਿੱਚ ਫੇਥਫੁਲ ਹੋਈਏ। ਪਰਮੇਸ਼ਰ ਹਰ ਪਾਸਿਓਂ ਆਪਾਂ ਨੂੰ ਬਰਕਤ ਦੇਵੇਗਾ, ਸਰੀਰਕ ਤੌਰ ਤੇ ਵੀ, ਆਪਣੇ ਪਰਿਵਾਰ ਦੇ ਵਿੱਚ ਵੀ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ, ਇਕਲੀਸੀਆ ਦੇ ਵਿੱਚ ਵੀ ਤੇ ਆਪਣੇ ਤਾਲੁਕਾਤ ਦੇ ਵਿੱਚ ਵੀ ਜੋ ਪਰਮੇਸ਼ਰ ਦੇ ਨਾਲ ਆਪਾਂ ਬਣਾ ਕੇ ਰੱਖਿਆ ਹੋਇਆ ਹੈਗਾ। ਆਓ ਦੇਖਾਂਗੇ ਆਪਾਂ ਅਗਲਾ ਵਚਨ ਫਿਲਿੱਪੀਆਂ ਪੜ੍ਹ ਕੇ ਗਏ ਹੈਗੇ ਆਪਾਂ ਐਫੀਸੀਅਨ, ਲੇਕਿਨ ਫਿਲਿੱਪੀਜ਼ ਦੇਖਾਂਗੇ। ਫਿਲਿੱਪੀਆਂ ਚੈਪਟਰ 1 ਵਰਸ 20 to 21। ਜੀ ਹਾਂ, ਪੰਜਾਬੀ 'ਚ ਦੇਖਾਂਗੇ। ਫਿਲਿੱਪੀਅਨਸ ਚੈਪਟਰ 1 ਵਰਸ 20 and 21 ਪੜਾਂਗੇ ਪੰਜਾਬੀ ਦੇ ਵਿੱਚ। ਮੈਨੂੰ ਪੂਰੀ ਆਸ਼ਾ ਹੈ ਅਤੇ ਮੇਰੇ ਮਨ ਦੀ ਚਾਹ ਵੀ ਇਹੀ ਹੈ ਕਿ ਮੈਂ ਕਿਸੇ ਤਰ੍ਹਾਂ ਹੁਣ ਪੂਰੀ ਦਲੇਰੀ ਨਾਲ, ਚਾਹੇ ਮੈਂ ਜੀਵਾਂ ਜਾਂ ਮਰਾਂ, ਮਸੀਹ ਦਾ ਪ੍ਰਚਾਰ ਕਰਾਂ, ਤਾਂ ਜੋ ਮੇਰੇ ਦੁਆਰਾ ਹਰ ਤਰ੍ਹਾਂ ਨਾਲ ਕੇਵਲ ਮਸੀਹ ਦੀ ਹੀ ਮਹਿਮਾ ਹੋਵੇ। ਥੋੜੇ ਸ਼ਬਦਾਂ ਵਿੱਚ ਮੇਰੇ ਲਈ ਜਿਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ। ਕਿੰਨੀ ਵੱਡੀ ਬਰਕਤ ਕਹਿੰਦੀ ਪੌਲੁਸ ਨੇ ਇੱਥੇ, ਮੇਰੇ ਲਈ ਜੀਣਾ ਮਸੀਹ ਹੈ ਤੇ ਮਰਨਾ ਲਾਭ ਹੈ। ਜਿੱਥੇ ਵੀ ਮੌਕਾ ਮਿਲਦਾ ਪ੍ਰਭੂ ਦਾ ਵਚਨ ਕਿਸੇ ਤਰੀਕੇ ਦੇ ਨਾਲ ਵੀ ਛੱਡ ਦਿਓ। ਸਮਿਥ ਵਿਗਲਸਵਰਥ ਜਾ ਕੇ ਬਹਿ ਗਿਆ ਸੀਗਾ ਇੱਕ ਪਾਰਕ ਦੇ ਵਿੱਚ ਤੇ ਉਹਦੇ ਨਾਲ ਇੱਕ ਬੰਦਾ ਆ ਕੇ ਬੈਠ ਗਿਆ ਤੇ ਉਹਨੂੰ ਪੁੱਛਦਾ ਸਮਿਥ ਵਿਗਲਸਵਰਥ ਵੀ ਭਾਜੀ ਟਾਈਮ ਕੀ ਹੋਇਆ? ਤੇ ਉਹਨੇ ਦੇਖ ਕੇ ਕਹਿੰਦਾ ਇਟਸ ਅ ਟਾਈਮ ਆਫ ਸੈਲਵੇਸ਼ਨ। ਤੇ ਉਹਨੇ ਕਹਿੰਦਾ ਮਤਲਬ ਕੀ? ਤੇ ਉੱਥੇ ਫਿਰ ਉਹਨੇ ਆਪਣੇ ਪ੍ਰਭੂ ਦਾ ਵਚਨ ਜਿਹੜਾ ਸੀਗਾ ਉਹਦੇ ਤੱਕ ਪਹੁੰਚਾਇਆ। ਸੋ ਆਪਣੀ ਜ਼ਿੰਦਗੀ 'ਚ ਕਿਸੇ ਵੀ ਤਰੀਕੇ ਦੇ ਨਾਲ ਇਹ ਜ਼ਿੰਮੇਵਾਰੀ ਆਪਣੀ ਆ, ਇਹ ਰਿਸਪੌਂਸਿਬਿਲਿਟੀ ਹੈ ਬਹੁਤ ਵੱਡੀ ਬੋਡੀ ਆਫ ਕ੍ਰਾਈਸਟ ਦੇ ਉੱਤੇ, ਚਰਚ ਦੇ ਉੱਤੇ, ਭੈਣਾਂ ਭਰਾਵਾਂ ਦੇ ਉੱਤੇ, ਤਾਂ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੋਕਾਂ ਤੱਕ ਪਹੁੰਚਾ ਸਕਣ, ਵੰਡ ਸਕਣ। ਜੇ ਤੁਹਾਡੇ ਨਾਲ ਕੋਈ ਬੰਦਾ ਆ ਕੇ ਬਹਿ ਗਿਆ ਅੱਧਾ ਘੰਟਾ 15-20 ਮਿੰਟ ਲਾ ਕੇ ਚਲਿਆ ਗਿਆ ਤੇ ਤੁਸੀਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਕਰਦੇ ਰਹੇ ਉਹਨਾਂ ਦੇ ਨਾਲ, ਲੇਕਿਨ ਪ੍ਰਭੂ ਦੀ ਤੁਸੀਂ ਗੱਲ ਨਾ ਕੀਤੀ, ਇੱਕ ਦਿਨ ਤੁਸੀਂ ਹਿਸਾਬ ਕਿਤਾਬ ਦੇਵੋਗੇ ਉਹਦਾ ਵੀ ਫਲਾਣੇ ਬੰਦੇ ਨੂੰ ਮੈਂ ਤੇਰੇ ਨਾਲ ਮਰਾਇਆ ਸੀਗਾ, ਤੂੰ ਇੱਧਰ ਦੀਆਂ ਉੱਧਰ ਦੀਆਂ ਮਾਰ ਦਿੱਤੀਆਂ, ਲੇਕਿਨ ਪ੍ਰਭੂ ਦੀ ਗੱਲ ਨਹੀਂ ਤੂੰ ਕੀਤੀ। ਇਸ ਜ਼ਿੰਮੇਵਾਰੀ ਨੂੰ ਪਰਮੇਸ਼ਰ ਹਿਸਾਬ ਕਿਤਾਬ ਮੰਗੇਗਾ। ਆਓ ਦੁਆ ਕਰੀਏ ਪ੍ਰਭੂ ਦੇ ਪੈਰੋਂ ਤੇ ਪਰਮੇਸ਼ਰ ਤੋਂ ਬਲ ਮੰਗੀਏ, ਪਰਮੇਸ਼ਰ ਤੋਂ ਕੂਵਤ ਮੰਗੀਏ। ਪਰਮੇਸ਼ਰ ਪਿਤਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਸਾਰੇ ਭੈਣ ਭਰਾਵਾਂ ਦੇ ਲਈ ਦੁਆ ਕਰਦਾ ਹਾਂ ਜਿੰਨੇ ਵੀ ਪ੍ਰਭੂ ਜੀ ਅੱਜ ਦਾ ਵਚਨ ਸੁਣ ਰਹੇ ਹੈਗੇ ਨੇ। ਮੇਰੀ ਪ੍ਰਾਰਥਨਾ ਹੈ ਪਰਮੇਸ਼ਰ ਪਿਤਾ ਕਿ ਹਰ ਤਰ੍ਹਾਂ ਦੀ ਆਲਸੀਪਨ, ਹਰ ਤਰ੍ਹਾਂ ਦੀ ਲੇਜ਼ੀਨੈਸ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੁਸੀਂ ਦੂਰ ਕਰ ਦੇਵੋ। ਮੈਂ ਦੁਆ ਕਰਦਾ ਪਰਮੇਸ਼ਰ ਪਿਤਾ
ਹਰ ਤਰ੍ਹਾਂ ਦੀ ਆਲਸ ਕੱਢ ਦੇਵੋ ਤੁਸੀਂ ਸਾਡੀਆਂ ਜ਼ਿੰਦਗੀਆਂ ਚੋਂ। ਸਾਡੀ ਮਦਦ ਕਰੋ ਤਾਂ ਕਿ ਅਸੀਂ ਪ੍ਰਭੂ ਜੀ ਤੁਹਾਡੀ ਹਜ਼ੂਰੀ 'ਚ ਲਗਾਤਾਰ ਬਹਿ ਸਕੀਏ, ਤੁਹਾਡਾ ਵਚਨ ਲਗਾਤਾਰ ਪੜ੍ਹ ਸਕੀਏ, ਇੱਕ ਕਲੀਸਿਆ ਦੇ ਵਿੱਚ ਬੋਡੀ ਆਫ ਕ੍ਰਾਈਸਟ ਦੇ ਨਾਲ ਲਗਾਤਾਰ ਆਪਣਾ ਸੰਬੰਧ ਬਣਾ ਕੇ ਰੱਖ ਸਕੀਏ, ਦੇਣ ਦੇ ਵਿੱਚ ਵੀ ਫੇਥਫੁਲ ਹੋਈਏ। ਸਾਡੀ ਦੁਆ ਹੈ ਪਰਮੇਸ਼ਰ ਪਿਤਾ ਕਿ ਅਸੀਂ ਮਾਪਿਆਂ ਦਾ ਪ੍ਰਭੂ ਜੀ ਆਦਰ ਕਰ ਸਕੀਏ। ਸਾਡੀ ਬੇਨਤੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰਭੂ ਜੀ ਤੁਹਾਡਾ ਵਚਨ ਸਿਖਾ ਸਕੀਏ, ਉਹਨਾਂ ਨੂੰ ਡਿਸਪਲਿਨ ਕਰ ਸਕੀਏ। ਸਾਡੀ ਦੁਆ ਹੈ ਪ੍ਰਭੂ ਜੀ ਕਿ ਸਾਡਾ ਬੋਲਣਾ, ਸਾਡਾ ਐਕਟ ਕਰਨਾ, ਸਾਡਾ ਰਵੱਈਆ ਜਿਹੜਾ ਆ ਉਹ ਤੁਹਾਡੇ ਵਚਨਾਂ ਦੇ ਮੁਤਾਬਿਕ ਹੋਵੇ ਤਾਂ ਕਿ ਉਹਦਾ ਕੋਈ ਵੀ ਅਸਰ ਸਾਡੇ ਰਿਸ਼ਤੇਦਾਰਾਂ ਤੇ ਨਾ ਪਵੇ। ਪ੍ਰਭੂ ਜੀ ਸਾਡੀ ਪ੍ਰੇਅਰ ਪ੍ਰਾਰਥਨਾ ਹੈ ਪਰਮੇਸ਼ਰ ਪਿਤਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੁਆ ਕਰਦੇ ਹਾਂ ਇਕਲੇਸੀਆ ਦੇ ਵਾਸਤੇ ਕਿ ਪ੍ਰਭੂ ਜੀ ਜਿਹੜੀਆਂ ਰਿਸਪੌਂਸਿਬਿਲਟੀਜ਼ ਤੁਸੀਂ ਸਾਨੂੰ ਦਿੱਤੀਆਂ ਨੇ, ਜਿਹੜੇ ਟੈਲੈਂਟਸ ਤੁਸੀਂ ਸਾਨੂੰ ਦਿੱਤੇ ਨੇ, ਜਿਹੜੀ ਅਥਾਰਟੀ ਤੁਸੀਂ ਸਾਨੂੰ ਦਿੱਤੀ ਆ, ਜਿਹੜੀ ਅਨੋਇੰਟਿੰਗ ਤੁਸੀਂ ਸਾਨੂੰ ਦਿੱਤੀ ਆ, ਪ੍ਰਭੂ ਜੀ ਅਸੀਂ ਉਸ ਅਨੋਇੰਟਿੰਗ ਦੇ ਮੁਤਾਬਿਕ ਤੁਹਾਡੀ ਸੇਵਾ ਦੇ ਵਿੱਚ ਅੱਗੇ ਵੱਧ ਸਕੀਏ, ਤੁਹਾਡੀ ਵਰਸ਼ਿਪ ਦੇ ਵਿੱਚ ਅੱਗੇ ਵੱਧ ਸਕੀਏ, ਪ੍ਰੇਅਰਸ ਦੇ ਵਿੱਚ ਅੱਗੇ ਵੱਧ ਸਕੀਏ। ਪ੍ਰਭੂ ਜੀ ਤੁਸੀਂ ਸਾਨੂੰ ਇਕਲੇਸੀਆ ਵਿੱਚ ਸੱਦਿਆ ਆ ਤਾਂ ਕਿ ਅਸੀਂ ਸੇਵਾ ਦੇ ਵਿੱਚ ਅੱਗੇ ਵੱਧ ਸਕੀਏ, ਸਿਰਫ ਲੈਣ ਵਾਸਤੇ ਨਹੀਂ ਬਲਕਿ ਪ੍ਰਭੂ ਜੀ ਤੁਹਾਨੂੰ ਮਹਿਮਾ ਦੇਣ ਵਾਸਤੇ। ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਕਿ ਉਸ ਤਾਲੁਕਾਤ ਜਿਸ ਤਾਲੁਕਾਤ ਵਿੱਚ ਅਸੀਂ ਹੈਗੇ ਹਾਂ, ਤੁਹਾਡੇ ਨਾਲ ਜੁੜੇ ਹੋਏ ਹਾਂ, ਇਹਦੇ ਵਿੱਚ ਵੀ ਅਸੀਂ ਵੱਧ ਸਕੀਏ, ਤਰੱਕੀ ਪ੍ਰਾਪਤ ਕਰ ਸਕੀਏ ਤਾਂ ਕਿ ਜਦੋਂ ਅਸੀਂ ਇੱਕ ਦਿਨ ਤੁਹਾਡੀ ਹਜ਼ੂਰੀ ਦੇ ਸਾਹਮਣੇ ਖੜੇ ਹੋਈਏ ਪ੍ਰਭੂ ਜੀ, ਉਸ ਦਿਨ ਪ੍ਰਭੂ ਜੀ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ ਬਲਕਿ ਪ੍ਰਭੂ ਜੀ ਅਸੀਂ ਉਹ ਮੁਕਤ ਪ੍ਰਾਪਤ ਕਰ ਸਕੀਏ, ਉਹ ਤਗਮੇ ਪ੍ਰਾਪਤ ਕਰ ਸਕੀਏ ਜਿਹੜੇ ਤੁਸੀਂ ਟ੍ਰਿਬਿਊਨਲ ਆਫ ਕ੍ਰਾਈਸਟ ਤੇ ਸਾਨੂੰ ਦੇਵੋਗੇ। ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਚ ਮੰਗਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ। ਆਮੀਨ, ਆਮੀਨ, ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ।